ਅੱਜ ਤੁਹਾਡੀ ਮੁਲਾਕਾਤ ਨੀਰਜ ਤੇ ਇੰਦੂ ਦੇ ਨਾਲ ਕਰਵਾਉਣ ਜਾ ਰਹੇ ਹਾਂ। ਨੀਰਜ ਜਦੋਂ 1.5 ਸਾਲ ਦੇ ਸੀ ਤਾਂ ਇਹਨਾਂ ਨੂੰ ਪੋਲੀਓ ਹੋ ਜਾਂਦਾ ਤਾਂ ਇਹਨਾਂ ਦੀਆਂ ਦੋਨੋਂ ਲੱਤਾਂ ਖੜ ਜਾਂਦੀਆਂ। ਇਹਨਾਂ ਦੋਨਾਂ ਦੀ ਅਰੇਂਜ ਮੈਰਿਜ ਆ। ਭੈਣ ਹੁਣਾਂ ਦੀ ਸੋਚ ਬਹੁਤ ਸੋਹਣੀ ਆ। ਅਸੀਂ ਗੱਲਾਂ ਕਰਦੇ ਸੀ ਤੇ ਇਹ ਦੱਸਦੇ ਸੀਗੇ ਕਿ ਮੈਂ ਪਹਿਲਾਂ ਹੀ ਕਿਹਾ ਸੀਗਾ ਘਰਦਿਆਂ ਨੂੰ ਕਿ ਮੈਂ ਵਿਆਹ ਨਹੀਂ ਕਰਵਾਉਣਾ ਤੇ ਜੇਕਰ ਮੈਂ ਵਿਆਹ ਕਰਾਉਂਗੀ ਤਾਂ ਮੈਂ ਉਹ ਇੱਕ ਸੇਵਾ ਭਾਵਨਾ ਦੇ ਤੌਰ ਤੇ ਕਰਾਉਂਗੀ, ਜਾਂ ਜੇ ਕਿਸੇ ਦੀ ਵਾਈਫ ਦੀ ਡੈਥ ਹੋ ਗਈ ਹੈ ਤਾਂ ਬੱਚਿਆਂ ਨੂੰ ਜਿਹੜਾ ਹੈਗਾ ਮਾਂ ਦਾ ਪਿਆਰ ਨਹੀਂ ਮਿਲ ਰਿਹਾ, ਉੱਥੇ ਮੇਰਾ ਵਿਆਹ ਕਰ ਦਿਓ, ਜਾਂ ਫਿਰ ਕਿਸੇ ਇਹੋ ਜਿਹੇ ਪਰਿਵਾਰ ਦੇ ਵਿੱਚ ਕਰ ਦਿਓ, ਜਾਂ ਇਹੋ ਜਿਹੇ ਮੁੰਡੇ ਦੇ ਨਾਲ ਕਰ ਦਿਓ ਜਿਹਨੂੰ ਜ਼ਰੂਰਤ ਹੋਵੇ। ਕੁਛ ਸਾਡੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਐਵੇਂ ਦੀ ਨਹੀਂ ਸੀ ਕਿ ਕੋਈ ਚੰਗਾ ਰਿਸ਼ਤਾ ਮਤਲਬ ਹਾਂ ਨਹੀਂ ਲੋਕੀ ਕਰਦੇ ਸੀ। ਮੇਰੀ ਮਦਰ ਵੀ ਜਿਵੇਂ ਡਿਵੋਰਸੀ ਸੀ ਅਤੇ ਉਹਨਾਂ ਦੀ ਵੀ ਰੀਮੈਰਿਜ ਹੋਈ ਸੀ ਅਤੇ ਉਸ ਕਰਕੇ ਮਤਲਬ ਸਾਡਾ ਸਾਥ ਨਹੀਂ ਦਿੰਦੇ ਸੀ ਲੋਕੀ। ਅਤੇ ਤਾਂ ਫਿਰ ਮੇਰੀ ਸੋਚ ਐਵੇਂ ਬਣ ਗਈ ਕਿ ਜੇ ਇੰਨਾ ਹੀ ਜ਼ਰੂਰੀ ਹੈਗਾ ਵਿਆਹ ਕਰਾਉਣਾ ਤਾਂ ਫਿਰ ਕਿਸੇ ਐਸੀ ਜਗ੍ਹਾ ਕਰਾਓ ਜਿਨ੍ਹਾਂ ਨੂੰ ਜ਼ਰੂਰਤ ਹੈ, ਕਿਉਂਕਿ ਚੰਗੇ ਬੰਦੇ ਨਾਲ ਤਾਂ ਹਰ ਕੋਈ ਵਿਆਹ ਕਰਾਉਣ ਨੂੰ ਤਿਆਰ ਹੋਏਗਾ। ਵਿਆਹ ਕਰਾਉਣਾ ਤਾਂ ਤੁਸੀਂ ਐਵੇਂ ਕਰੋ, ਜਾਂ ਤਾਂ ਕਿਸੇ ਦੇ ਮਤਲਬ ਵਾਈਫ ਦੀ ਡੈਥ ਹੋ ਗਈ ਹੋਏ ਅਤੇ ਬੱਚੇ ਕਿਸੇ ਦੇ ਛੋਟੇ ਬੱਚੇ ਹੋਣ, ਉਹਨਾਂ ਨੂੰ ਮਾਂ ਦੇ ਪਿਆਰ ਦੀ ਜ਼ਰੂਰਤ ਹੋਏ ਤਾਂ ਮੈਂ ਉੱਥੇ ਸਪੋਰਟ ਕਰ ਸਕਦੀ ਹਾਂ, ਜਾਂ ਫਿਰ ਕਿਸੇ ਐਸੀ ਜਗ੍ਹਾ ਕਿ ਜਿਹਨੂੰ ਜੋ ਕੋਈ ਨੀਡੀ ਹੋਵੇ, ਜਿਹਨੂੰ ਵਾਸਤਵ 'ਚ ਮਤਲਬ ਜੋ ਕਹਿੰਦੇ ਨੇ ਨਾ ਲਾਈਫ ਪਾਰਟਨਰ, ਜੇ ਕਿਸੇ ਦੀ ਲਾਈਫ ਨੂੰ ਆਪਾਂ ਥੋੜ੍ਹਾ ਅੱਗੇ ਵਧਾ ਸਕਦੇ ਹਾਂ ਤਾਂ ਉੱਥੇ ਐਸੀ ਜਗ੍ਹਾ ਮੇਰੀ ਸ਼ਾਦੀ ਕਰ ਦਿਓ। ਫਿਰ ਪਹਿਲੇ ਤਾਂ ਮੇਰੇ ਮੰਮੀ ਨਹੀਂ ਮੰਨਦੇ ਸੀ। ਮੰਮੀ ਕਹਿੰਦੇ ਨਹੀਂ ਮੈਂ ਕਿਉਂ ਕਰਾਂ ਆਪਣੀ ਕੁੜੀ ਦਾ, ਮੇਰੀ ਕੁੜੀ ਤਾਂ ਪੜ੍ਹੀ ਲਿਖੀ ਹੈ। ਫਿਰ ਮੰਮੀ ਨੂੰ ਵੀ ਅਸੀਂ ਸਮਝਾਇਆ, ਮੰਮੀ ਕੋਈ ਗੱਲ ਨਹੀਂ ਬਈ ਜੇ ਮੈਂ ਖੁਸ਼ ਹਾਂ ਫਿਰ ਤੁਹਾਨੂੰ ਮੇਰੇ ਨਾਲ ਖੁਸ਼ ਹੋਣਾ ਚਾਹੀਦਾ ਹੈ। ਮੰਮੀ ਨੂੰ ਕਹਿੰਦੇ ਸੀ ਬਈ ਇਹਦੇ ਫਾਦਰ ਰੀਅਲ ਨਹੀਂ ਹੈਗੇ ਤਾਂ ਕਰਕੇ ਸ਼ਾਇਦ ਤੁਸੀਂ ਐਵੇਂ ਉਹਦਾ ਵਿਆਹ ਕਰਦੇ ਹੋ, ਜੇ ਸੱਕਾ ਪਿਓ ਹੁੰਦਾ ਫਿਰ ਐਵੇਂ ਐਸੀ ਜਗ੍ਹਾ ਵਿਆਹ ਨਾ ਕਰਦਾ, ਅਤੇ ਜਾਂ ਫਿਰ ਤੂੰ ਸਾਨੂੰ ਦੱਸ ਦਿੰਦੀ, ਅਸੀਂ ਇਹਦੇ ਵਾਸਤੇ ਕੋਈ ਹੋਰ ਮੁੰਡਾ ਚੱਜਦਾ ਦੱਸ ਦਿੰਦੇ। ਉਹਨਾਂ ਨੇ ਮੰਮੀ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਵਿਆਹ ਵਾਲੇ ਦਿਨ ਵੀ। ਅਤੇ ਜਿਵੇਂ ਮੈਂ ਸਟੇਜ 'ਤੇ ਜਾ ਰਹੀ ਸੀ ਉਹਨਾਂ ਨੇ ਵੀ ਮੈਨੂੰ ਕਿਹਾ ਬਈ ਇਹ ਤੂੰ ਕੀ ਕਰਦੀ ਪਈ ਹੈ, ਮਤਲਬ ਇਸ ਤੋਂ ਚੰਗਾ ਤੇ ਤੂੰ ਮਰ ਜਾਂਦੀ, 4 ਦਿਨ ਰੋ ਲੈਂਦੇ ਤੈਨੂੰ, ਫਿਰ ਉਹ ਜ਼ਿਆਦਾ ਚੰਗਾ ਸੀ, ਇਹ ਤੂੰ ਠੀਕ ਨਹੀਂ ਕਰ ਰਹੀ। ਫਿਰ ਮੈਂ ਉਹਨਾਂ ਦੇ ਅੱਗੇ ਹੱਥ ਜੋੜੇ, ਮੈਂ ਕਿਹਾ ਪਲੀਜ਼ ਹੁਣ ਤੁਸੀਂ ਐਵੇਂ ਦਾ ਤਮਾਸ਼ਾ ਨਾ ਕਰੋ ਇੱਥੇ, ਕਿ ਜੋ ਹੋ ਰਿਹਾ ਅਤੇ ਜੇ ਮੈਂ ਖੁਸ਼ ਹਾਂ ਮੈਂ ਮੇਰੇ ਮੰਮੀ ਪਾਪਾ ਨੂੰ ਕੁਛ ਨਾ ਕਹੋ, ਜੋ ਕੁਛ ਹੋ ਰਿਹਾ ਮੇਰੀ ਮਰਜ਼ੀ ਨਾਲ ਹੋ ਰਿਹਾ, ਤੁਸੀਂ ਐਵੇਂ ਨਾ ਸੋਚੋ ਮੇਰੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਹੈਗਾ। ਰੂਪ ਰੰਗ ਸ਼ਕਲ ਤੇ ਪਰਮਾਤਮਾ ਦੀ ਦੇਣ ਹੈਗੀ ਏ। ਇਨਸਾਨ ਦਾ ਆਪਣਾ ਸੁਭਾਅ ਵੀ ਚੰਗਾ ਹੋਣਾ ਚਾਹੀਦਾ ਜਿਹਦੇ ਲਾਰੇ ਅਸੀਂ ਜ਼ਿੰਦਗੀ ਕੱਟ ਸਕਨੇ ਹਾਂ। ਅਤੇ ਮੈਨੂੰ ਨਹੀਂ ਲੱਗਦਾ ਕਿ ਸ਼ਕਲ 'ਚ ਕੁਛ ਰੱਖਿਆ ਹੋਣਾ। ਹਾਲਾਂਕਿ ਅਸੀਂ ਬਾਅਦ 'ਚ ਮਿਲੇ, ਕੋਈ ਦਿੱਕਤ ਨਹੀਂ ਸੀ। ਮਤਲਬ ਬਾਅਦ 'ਚੋਂ ਕਈਆਂ ਨੇ ਸਾਨੂੰ ਐਂ ਵੀ ਕਿਹਾ ਕਿ ਤੇਰਾ ਘਰ ਵਾਲਾ ਬੜਾ ਸੋਹਣਾ ਹੈ, ਕਿਉਂਕਿ ਸਿਰਫ ਇੱਕ ਜੋ ਦਿੱਕਤ ਹੈ ਪਰਮਾਤਮਾ ਦੀ ਦਿੱਤੀ। ਇਨਸਾਨ 'ਚ ਆਪਣੀ ਦਿੱਕਤ ਨਹੀਂ ਹੋਣੀ ਚਾਹੀਏ, ਆਪਣੀ ਤਰਫੋਂ ਕੋਈ ਕਮੀ ਨਹੀਂ ਹੋਣੀ ਚਾਹੀਏ। ਬਾਕੀ ਜੋ ਮਾਲਕ ਨੇ ਦਿੱਕਤ ਦਿੱਤੀ ਹੈ ਉਹਨੂੰ ਅਸੀਂ ਦਿੱਕਤ ਨਹੀਂ ਮੰਨਣਾ ਚਾਹੀਦਾ। ਤੁਸੀਂ ਮੈਨੂੰ ਪਹਿਲੇ ਚੰਗੀ ਤਰ੍ਹਾਂ ਦੇਖ ਲਓ, ਗੱਲਬਾਤ ਕਰ ਲਓ। ਕੋਈ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਕਮੀ ਜ਼ਿਆਦਾ ਹੈ, ਨਹੀਂ ਪਸੰਦ ਹੈਗਾ ਤਾਂ ਕੋਈ ਗੱਲ ਨਹੀਂ, ਹੁਣੇ ਦੇਖ ਲਓ, ਬਾਅਦ 'ਚ ਫਿਰ ਨਾ ਪ੍ਰੋਬਲਮ ਕ੍ਰੀਏਟ ਹੋਵੇ ਮੈਰਿਜ ਲਾਈਫ 'ਚ ਦੋਵਾਂ ਦੀ। ਜਿਹਨੂੰ ਜ਼ਰੂਰਤ ਹੈ ਅਗਰ ਅਸੀਂ ਉਹਦਾ ਸਾਥ ਦੇ ਸਕਦੇ ਹਾਂ, ਉਹਨੂੰ ਜ਼ਿੰਦਗੀ 'ਚ ਅੱਗੇ ਵਧਣ ਦੀ ਪ੍ਰੇਰਣਾ ਦੇ ਸਕਦੇ ਹਾਂ, ਫਿਰ ਉਸ ਤੋਂ ਵਧੀਆ ਕੋਈ ਗੱਲ ਨਹੀਂ ਹੋ ਸਕਦੀ। ਅਗਰ ਆਪਾਂ ਕਿਸੇ ਦਾ ਸਾਥ ਦੇਣਾ ਹੀ ਹੈ ਫਿਰ ਉਸ ਵਿਅਕਤੀ ਦਾ ਦਿਓ ਜੋ ਸਾਨੂੰ ਇੱਜ਼ਤ ਦੇ, ਸਾਨੂੰ ਪਿਆਰ ਦੇ। ਵਿਆਹ ਦੇ ਟਾਈਮ ਮੇਰੀ ਹਸਬੈਂਡ ਨਾਲ ਸਿਰਫ ਇੱਕੋ ਗੱਲ ਸੀ ਕਿ ਮੈਨੂੰ ਸਿਰਫ ਪਿਆਰ ਚਾਹੀਦਾ, ਬਾਕੀ ਮੈਂ ਜ਼ਿੰਦਗੀ 'ਚ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗੀ। ਅਤੇ ਫਿਰ ਵਿਆਹ ਵਾਲੀ ਜੋ ਕੰਡੀਸ਼ਨ ਸੀ, ਮੈਂ ਜੇ ਪੇਰੈਂਟਸ ਨੇ ਕਿਹਾ ਨਹੀਂ ਵਿਆਹ ਕਰਾਉਣਾ ਹੀ ਹੈ। ਐਡਾ ਵੱਡਾ ਡਿਸੀਜਨ, ਐਡਾ ਵੱਡਾ ਦਿਲ, ਇਹ ਇੰਨਾ ਹੌਸਲਾ ਕਿੱਥੋਂ ਆਇਆ ਸੀਗਾ? ਇਹ ਥਾਟਸ ਕਿੱਦਾਂ ਬਣ ਗਏ ਸੀਗੇ ਦਿਮਾਗ ਦੇ ਵਿੱਚ? ਐਵੇਂ ਦੇ ਥੋਟ ਵੀ ਤਾਂ ਬਣੇ ਕਿਉਂਕਿ ਮੇਰੀ ਮੰਮੀ ਨੇ ਆਪਣੀ ਮੈਰਿਜ ਲਾਈਫ 'ਚ ਬਹੁਤ ਸਟਰਗਲ ਕੀਤਾ। ਇਸ ਕੇਸ ਵਿੱਚ ਬੜਾ ਮੁਸ਼ਕਿਲ ਹੁੰਦਾ ਹੈ ਕਿ ਮੈਰਿਜ ਕਰਨੀ, ਮੈਰਿਜ ਤੇ ਬੜਾ ਮੁਸ਼ਕਿਲ ਲੱਗਦਾ ਸੀਗਾ ਵੀ ਮੇਰੇ ਨਾਲ ਕੌਣ ਵਿਆਹ ਕਰੇਗਾ। ਬਟ ਉਹਨੂੰ ਰੱਬ ਦੀ ਮਿਹਨਤ, ਰੱਬ ਦੀ ਰਹਿਮਤ ਸਮਝੋ ਕਿ ਰਿਸ਼ਤਾ ਆਇਆ ਵੀ ਆਪਣੇ ਆਪ, ਔਰ ਇੰਨਾ ਅੱਛੀ ਲੜਕੀ, ਐਡੀ ਅੱਛੀ ਲੜਕੀ ਮਿਲੀ, ਪੜ੍ਹੀ ਲਿਖੀ ਮਿਲੀ, ਸੋਹਣੀ ਮਿਲੀ, ਗੌਰਮੈਂਟ ਜੋਬ ਵਾਲੀ ਮਿਲ ਗਈ। ਇਸ ਉੱਪਰ ਤੇ ਮੈਂ ਕਹਿੰਦਾ ਕੁਝ ਹੋ ਹੀ ਨਹੀਂ ਸਕਦਾ ਮੇਰੇ ਵਾਸਤੇ, ਐਜ਼ ਏ ਗੋਡ ਗਿਫਟ ਸੀ। ਅੱਛਾ, ਦੱਸਦੇ ਸੀਗੇ ਕਹਿੰਦੇ ਅੰਕਲ ਹੁਣੇ ਆਉਂਦੇ ਸੀਗੇ ਦੁਕਾਨ 'ਤੇ, ਉਹ ਤੁਹਾਨੂੰ ਦੁਕਾਨ ਤੋਂ ਪਸੰਦ ਕਰਕੇ ਗਏ ਸੀ? ਹਾਂਜੀ, ਇਹਨਾਂ ਦੇ ਫਾਦਰ ਸਾਹਿਬ ਮੇਰੇ ਕੋਲ ਸ਼ੋਪ 'ਤੇ ਐਜ਼ ਏ ਕਸਟਮਰ ਆਉਂਦਾ ਸੀ। ਉਹਨਾਂ ਨੂੰ ਮੇਰਾ नेचर लगा लो, व्यवहार लगा लो, सोना लगता सीगा। वो घर पे जाके बात करते थे, तो फिर इनके घर में जो भी बातचीत हुई होगी, फिर इनकी कॉल अपने आप आई मेरे पास। मान लो कि हम बच्चे को उठाना है, कोई बैग उठाना है, घर के काम करने ने, बाहर अंदर जाना है, बहुत दिक्कत आएगी। यही सोचता सीगा मैं पहले।
ਬਟ ਜੋ ਫਿਰ ਪਰਮਾਤਮਾ ਨੂੰ ਮਨਜ਼ੂਰ ਸੀਗਾ, ਪਰਮਾਤਮਾ ਨੇ ਮੈਨੂੰ ਬਹੁਤ ਅੱਛਾ ਗੋਡ ਗਿਫਟ ਦਿੱਤਾ। ਹਾਂਜੀ। ਤੇ ਫਿਰ ਵਿਆਹ ਤੋਂ ਬਾਅਦ ਕਹਿੰਦੇ ਸੀਗੇ ਵੀ ਇਹ ਕਿਵੇਂ ਤੁਰਦਾ ਆ, ਕਹਿੰਦੇ ਸੀਗੇ ਜੱਚਦੇ ਨਹੀਂ ਉਹ ਜੋੜੀ ਆ ਤੁਹਾਡੀ, ਹੈ ਨਾ, ਤੁਹਾਡੇ ਰਿਸ਼ਤੇਦਾਰ ਮਿਹਣੇ ਮਾਰਦੇ ਸੀ? ਮੂੰਹ ਤੇ ਕਿਸੇ ਨੇ ਦੇਖੋ ਡਾਇਰੈਕਟ ਤੇ, ਕਿਉਂਕਿ ਉਹਨਾਂ ਨੂੰ ਮੇਰਾ ਨੇਚਰ ਪਤਾ ਸੀ, ਡਾਇਰੈਕਟ ਤੇ ਕਿਸੇ ਦੀ ਹਿੰਮਤ ਹੀ ਨਹੀਂ ਸੀ ਕਹਿਣ ਦੀ। ਮੈਨੂੰ ਡਾਇਰੈਕਟ ਮੈਨੂੰ ਨਹੀਂ ਕੋਈ ਵੀ ਕਹਿ ਸਕਦਾ, ਕਿਉਂਕਿ ਮੇਰਾ ਆਪਣਾ ਡਿਸੀਜ਼ਨ ਹੈ। ਜਦ ਮੈਂ ਕਹਿ ਤਾਂ ਡਿਸੀਜ਼ਨ ਹੀ ਮੇਰਾ, ਦੈਨ ਹੂ ਆਰ ਯੂ। ਤੇ ਫਿਰ ਬਾਕੀ ਪਿੱਠ ਪਿੱਛੇ ਲੋਕ ਗੱਲਾਂ ਕਰਦੇ ਸੀ। ਮੇਰੇ ਫਾਦਰ ਨੇ ਮੈਨੂੰ ਇੱਕ ਗੱਲ ਕਹੀ ਸੀ, ਹੁਣ ਜੇ ਤੂੰ ਐਵੇਂ ਵਿਆਹ ਕਰ ਰਹੀ ਹੈ, ਤੈਨੂੰ ਅੰਨੇ ਹੋ ਕੇ ਤੇ ਬਹਿਰੇ ਹੋ ਕੇ ਜ਼ਿੰਦਗੀ ਜੀਣੀ ਪਏਗੀ। ਨਾ ਤੂੰ ਕਿਸੇ ਵੱਲ ਵੇਖਣਾ, ਨਾ ਤੂੰ ਕਿਸੇ ਦੀ ਸੁਣਨੀ, ਆਪਣੀ ਜ਼ਿੰਦਗੀ ਆਰਾਮ ਨਾਲ ਜੀਓ ਤੁਸੀਂ। ਤੇ ਇਹ ਕੋਈ ਐਵੇਂ ਦੀ ਬਿਮਾਰੀ ਨਹੀਂ ਹੈ ਕਿ ਮਤਲਬ ਹੈਰੀਡਿਟਰੀ 'ਚ ਅਗਲੀ ਪੀੜ੍ਹੀ 'ਚੋਂ ਆਏਗੀ, ਐਵੇਂ ਦਾ ਨਹੀਂ ਸੀ। ਐਵੇਂ ਦੇ ਕੇਸਿਸ ਵੀ ਮੈਂ ਦੇਖੇ ਹੋਏ ਸੀ, ਅਤੇ ਤਾਂ ਕਰਕੇ ਮਤਲਬ ਕਿਸੇ ਦੇ ਕਹਿਣ ਦਾ ਸਾਡੇ 'ਤੇ ਕੋਈ ਉਹ ਹੋਇਆ ਨਹੀਂ, ਇੰਨਾ ਪ੍ਰਭਾਵ ਪਿਆ ਨਹੀਂ। ਆਪਾਂ ਜ਼ਿੰਦਗੀ ਜੀਣੀ ਹੈ, ਨਿਭਾਉਣੀ ਨਹੀਂ ਹੈਗੀ, ਕੱਟਣੀ ਨਹੀਂ ਹੈਗੀ ਜ਼ਬਰਦਸਤੀ। ਆਪਾਂ ਜ਼ਿੰਦਗੀ ਜੀਣੀ ਹੈ ਅਤੇ ਲੋਕਾਂ ਵਾਸਤੇ ਇੱਕ ਐਗਜ਼ਾਮਪਲ ਸੈੱਟ ਕਰਨਾ ਹੈ। ਅਤੇ ਜੇ ਲੋਕ ਅੱਜ ਇਹ ਕਹਿੰਦੇ ਨੇ ਕਿ ਵਿਆਹ 'ਤੇ ਹੋ ਗਿਆ, ਵੇਖਾਂਗੇ ਕਿੰਨਾ ਟਾਈਮ ਚੱਲੇਗਾ, ਕਿੰਨਾ ਕੁ ਟਾਈਮ ਕੱਟਣਗੇ, ਆਪਾਂ ਨੇ ਉਹਨਾਂ ਨੂੰ ਇੱਕ ਤਰ੍ਹਾਂ ਤੋਂ, ਜਿਵੇਂ ਕਹਿੰਦੇ ਨੇ ਨਾ, ਪਰਮਾਤਮਾ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ, ਅਤੇ ਉਹ ਆਪਣਾ ਸਾਇਲੈਂਟ ਇੱਕ ਸਲੈਪ ਹੋਏਗਾ ਉਹਨਾਂ ਵਾਸਤੇ ਕਿ ਆਪਾਂ ਨੇ ਜ਼ਿੰਦਗੀ ਉਹਨਾਂ ਨੂੰ ਜੀ ਕੇ ਦਿਖਾਉਣੀ ਆ। ਹੁਣ ਸਾਡੀ ਮੈਰਿਜ ਨੂੰ 12 ਸਾਲ ਹੋ ਗਏ ਨੇ, ਗੌਰਮੈਂਟ ਜੋਬ ਲੱਗ ਗਈ ਹੈ। ਅੱਜ ਵੀ ਅਗਰ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਕਦੀ ਮਨਾ ਨਹੀਂ ਕਰਦੇ। 10 ਵਾਰੀ ਇੱਕ ਬਾਜ਼ਾਰ ਤੋਂ ਆ ਕੇ ਵੀ ਖੜੇ ਹੋਣਗੇ, ਕੋਈ ਸਮਾਨ ਭੁੱਲ ਗਏ, ਮੈਂ ਕਹਾਂਗੀ ਉਹ ਹੋਇਆ ਤੇ ਰਹਿ ਗਿਆ, ਚਲ ਹੁਣੇ ਲੈ ਆਉਣਾ। ਮਤਲਬ ਇਹਨਾਂ ਨੇ ਕਦੀ ਮੈਨੂੰ ਨਹੀਂ ਕਿਹਾ ਕਿ ਮੈਨੂੰ ਮਤਲਬ ਤੁਰਨ 'ਚ ਦਿੱਕਤ ਹੈ ਤਾਂ ਵੀ ਤੂੰ ਮੇਰੇ 10 ਚੱਕਰ ਕਟਾ ਤੇ 5 ਚੱਕਰ ਕਟਾ ਤੇ। ਜਦੋਂ ਕਿ ਬਿਲਕੁਲ ਫਿਜ਼ੀਕਲੀ ਫਿੱਟ ਬੰਦੇ ਨੂੰ ਵੀ ਘਰ ਵਾਲੀ ਕਹਿ ਦੇ ਨਾ 2 ਚੀਜ਼ਾਂ ਬਾਜ਼ਾਰੋਂ ਲਿਆਉਣ ਵਾਸਤੇ, ਤੇ ਫਿਰ ਤੀਜਾ ਚੱਕਰ ਲਾਉਣਾ ਪੈ ਜੇ, ਉਹਨੂੰ ਖਾਣ ਨੂੰ ਪਏਗਾ। ਇੱਕ ਵਾਰੀ ਨਹੀਂ ਦੱਸ ਸਕਦੀ ਸਾਰਾ ਸਮਾਨ ਲਿਆਉਣ ਵਾਸਤੇ, ਲੇਕਿਨ ਇਹਨਾਂ ਨੇ ਮੈਨੂੰ ਕਦੀ ਨਹੀਂ ਕਿਹਾ, ਕਦੀ ਮਤਲਬ ਇਹ ਨਹੀਂ ਵੀ ਮੈਨੂੰ ਟਾਈਮ ਨਹੀਂ ਦਿੱਤਾ। ਹਰ ਜਗ੍ਹਾ ਘੁੰਮਾਉਣ ਵਾਸਤੇ ਹਰ ਜਗ੍ਹਾ ਲੈ ਕੇ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਤੁਹਾਡੀ ਮੁਲਾਕਾਤ ਨੀਰਜ ਤੇ ਇੰਦੂ ਦੇ ਨਾਲ ਕਰਵਾਉਣ ਜਾ ਰਹੇ ਹਾਂ। ਬਹੁਤ ਸਾਰੀਆਂ ਤੁਹਾਨੂੰ ਪਹਿਲਾਂ ਵੀ ਇੱਦਾਂ ਦੀਆਂ ਇੰਟਰਵਿਊਜ਼ ਦਿਖਾਈਆਂ, ਅੱਜ ਇੱਕ ਹੋਰ ਮੋਟੀਵੇਸ਼ਨਲ ਇੰਟਰਵਿਊ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ। ਨੀਰਜ ਜਦੋਂ 1.5 ਕੁ ਸਾਲ ਦੇ ਸੀ ਤਾਂ ਇਹਨਾਂ ਨੂੰ ਪੋਲੀਓ ਹੋ ਜਾਂਦਾ, ਤਾਂ ਇਹਨਾਂ ਦੀਆਂ ਦੋਨੋਂ ਲੱਤਾਂ ਖੜ੍ਹ ਜਾਂਦੀਆਂ। ਇੱਕ ਲੱਤ ਜਿਹੜੀ ਉਹ ਜਲਦੀ ਰਿਕਵਰ ਕਰ ਜਾਂਦੀ ਆ, ਪਰ ਜਿਹੜੀ ਦੂਸਰੀ ਆ ਉਹ 'ਤੇ ਇਫੈਕਟ ਰਹਿੰਦਾ ਆ। ਅਤੇ ਇਹਨਾਂ ਦੋਨਾਂ ਦੀ ਅਰੇਂਜ ਮੈਰਿਜ ਆ। ਭੈਣ ਹੁਣਾਂ ਦੀ ਸੋਚ ਬਹੁਤ ਸੋਹਣੀ ਆ। ਅਸੀਂ ਗੱਲਾਂ ਕਰਦੇ ਸੀ ਅਤੇ ਇਹ ਦੱਸਦੇ ਸੀਗੇ ਕਿ ਮੈਂ ਪਹਿਲਾਂ ਹੀ ਕਿਹਾ ਸੀਗਾ ਘਰਦਿਆਂ ਨੂੰ ਕਿ ਮੈਂ ਵਿਆਹ ਨਹੀਂ ਕਰਵਾਉਣਾ, ਅਤੇ ਜੇਕਰ ਮੈਂ ਵਿਆਹ ਕਰਾਊਂਗੀ ਤਾਂ ਮੈਂ ਉਹ ਇੱਕ ਸੇਵਾ ਭਾਵਨਾ ਦੇ ਤੌਰ 'ਤੇ ਕਰਾਊਂਗੀ, ਜਾਂ ਜੇ ਕਿਸੇ ਦੀ ਵਾਈਫ ਦੀ ਡੈਥ ਹੋ ਗਈ ਹੈ ਤਾਂ ਬੱਚਿਆਂ ਨੂੰ ਜਿਹੜਾ ਹੈਗਾ ਮਾਂ ਦਾ ਪਿਆਰ ਨਹੀਂ ਮਿਲ ਰਿਹਾ, ਉੱਥੇ ਮੇਰਾ ਵਿਆਹ ਕਰ ਦਿਓ, ਜਾਂ ਫਿਰ ਕਿਸੇ ਇਹੋ ਜਿਹੇ ਪਰਿਵਾਰ ਦੇ ਵਿੱਚ ਕਰ ਦਿਓ, ਜਾਂ ਇਹੋ ਜਿਹੇ ਮੁੰਡੇ ਦੇ ਨਾਲ ਕਰ ਦਿਓ ਜਿਹਨੂੰ ਜ਼ਰੂਰਤ ਹੋਵੇ। ਅਤੇ ਬਹੁਤ ਸੋਹਣੀ ਸੋਚ ਹੈ। ਸਾਡੇ ਨਾਲ ਮੌਜੂਦ ਆ, ਅੱਜ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹਨਾਂ ਦੀ ਜਰਨੀ, ਕੀ ਸਟਰਗਲ ਇਹਨਾਂ ਨੇ ਕੀਤਾ ਆਪਣੀ ਲਾਈਫ ਦੇ ਵਿੱਚ, ਬਹੁਤ ਤਾਨੇ ਮਿਹਣੇ ਵੀ ਸੁਣੇ ਲੋਕਾਂ ਤੋਂ। ਸਵਾਗਤ ਕਰ ਲੈਂਦੇ ਹਾਂ ਮੈਮ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਥੈਂਕ ਯੂ ਸਰ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਮੈਮ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਾਂਗੀ, ਬਹੁਤ ਸੋਹਣੀ ਸੋਚ ਦੇ ਮਾਲਕ ਹੋ ਤੁਸੀਂ, ਹੈ ਨਾ, ਤੁਸੀਂ ਮਿਲਦੇ ਕਿੱਦਾਂ, ਹੈ ਨਾ, ਇਹ ਸੰਯੋਗ ਕਿੱਦਾਂ ਬਣਦੇ ਨੇ ਤੁਹਾਡੇ ਦੋਨਾਂ ਦੇ? ਸੰਯੋਗ ਮੈਡਮ ਦੇਖੋ, ਇਹਨਾਂ ਦੀ ਸ਼ੋਪ ਹੈਗੀ ਸੀ ਅਤੇ ਮੇਰੇ ਫਾਦਰ ਐਜ਼ ਅ ਕਸਟਮਰ ਉੱਥੇ ਜਾਂਦੇ ਸੀ। ਅਤੇ ਫਿਰ ਜਿਵੇਂ ਮਤਲਬ ਮੇਰੀ ਏਜ ਹੁੰਦੀ ਗਈ, ਰਿਲੇਟਿਵ ਨੇ ਵੀ ਪ੍ਰੈਸ਼ਰ ਪਾਉਣਾ ਸ਼ੁਰੂ ਕੀਤਾ ਵੀ ਤੁਸੀਂ ਵਿਆਹ ਨਹੀਂ ਕਰਦੇ ਕੁੜੀ ਦਾ। ਜਦ ਕਿ ਮੈਂ ਪੜ੍ਹਾਈ 'ਚ ਮੈਂ ਬੜੀ ਅੱਛੀ ਸੀ, ਮੈਂ MA MPhil ਕਰ ਚੁੱਕੀ ਸੀ ਉਸ ਸਮੇਂ। ਅਤੇ ਫਿਰ ਉਹਨਾਂ ਨੇ ਮੈਨੂੰ ਵੀ ਜਿਵੇਂ ਕਿਹਾ ਅਤੇ 1-2 ਜਗ੍ਹਾ ਗੱਲ ਵੀ ਕੀਤੀ, ਅਤੇ ਕੁਛ ਸਾਡੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਐਵੇਂ ਦੀ ਨਹੀਂ ਸੀ ਕਿ ਕੋਈ ਚੰਗਾ ਰਿਸ਼ਤਾ ਮਤਲਬ ਹਾਂ ਨਹੀਂ ਲੋਕੀ ਕਰਦੇ ਸੀ। ਮੇਰੀ ਮਦਰ ਵੀ ਜਿਵੇਂ ਡਿਵੋਰਸੀ ਸੀ ਅਤੇ ਉਹਨਾਂ ਦੀ ਵੀ ਰੀਮੈਰਿਜ ਹੋਈ ਸੀ, ਅਤੇ ਉਸ ਕਰਕੇ ਮਤਲਬ ਸਾਡਾ ਸਾਥ ਨਹੀਂ ਦਿੰਦੇ ਸੀ ਲੋਕੀ। ਅਤੇ ਤਾਂ ਫਿਰ ਮੇਰੀ ਸੋਚ ਐਵੇਂ ਬਣ ਗਈ ਕਿ ਜੇ ਇੰਨਾ ਹੀ ਜ਼ਰੂਰੀ ਹੈਗਾ ਵਿਆਹ ਕਰਾਉਣਾ, ਅਤੇ ਫਿਰ ਕਿਸੇ ਐਸੀ ਜਗ੍ਹਾ ਕਰਾਓ ਜਿਨ੍ਹਾਂ ਨੂੰ ਜ਼ਰੂਰਤ ਹੈ, ਕਿਉਂਕਿ ਚੰਗੇ ਬੰਦੇ ਨਾਲ ਤਾਂ ਹਰ ਕੋਈ ਵਿਆਹ ਕਰਾਉਣ ਨੂੰ ਤਿਆਰ ਹੋਏਗਾ। ਜਿਹਨੂੰ ਜ਼ਰੂਰਤ ਹੈ, ਅਗਰ ਅਸੀਂ ਉਹਦਾ ਸਾਥ ਦੇ ਸਕਦੇ ਹਾਂ, ਉਹਨੂੰ ਜ਼ਿੰਦਗੀ 'ਚ ਅੱਗੇ ਵਧਣ ਦੀ ਪ੍ਰੇਰਣਾ ਦੇ ਸਕਦੇ ਹਾਂ, ਫਿਰ ਉਸ ਤੋਂ ਵਧੀਆ ਕੋਈ ਗੱਲ ਨਹੀਂ ਹੋ ਸਕਦੀ। ਤੁਸੀਂ ਇੱਦਾਂ ਕਹਿੰਦੇ ਸੀਗੇ ਕਿ ਜੇਕਰ ਕਿਸੇ ਦੀ ਪਤਨੀ ਦੀ ਡੈਥ ਹੋਈ ਆ, ਇੱਦਾਂ ਦੇ ਘਰ 'ਚ ਵਿਆਹ ਦਿਓ, ਹੈ ਨਾ। ਤੁਸੀਂ ਪੜ੍ਹੇ ਲਿਖੇ, ਵੈਲ ਐਜੂਕੇਟਡ, ਹੈ ਨਾ, ਹਰ ਕੁੜੀ ਦਾ ਸੁਪਨਾ ਹੁੰਦਾ ਕਿ ਮੇਰਾ ਹਸਬੈਂਡ ਇੱਦਾਂ ਹੋਵੇ, ਉਹਦੇ ਕੋਲ ਘਰ-ਬਾਰ ਹੋਵੇ, ਗੱਡੀ ਹੋਵੇ। ਇੱਦਾਂ ਦੇ ਤੁਹਾਡੇ ਸੁਪਨੇ ਨਹੀਂ ਸੀਗੇ? ਦੇਖੋ ਜੀ, ਸੁਪਨੇ ਅਸੀਂ ਆਪਣੇ ਬਲਬੂਤੇ 'ਤੇ ਪੂਰੇ ਕਰਨੇ ਆ, ਕਿਉਂਕਿ ਮੈਨੂੰ ਆਪਣੇ ਉੱਪਰ ਕੌਨਫੀਡੈਂਸ ਸੀ। ਮੈਂ ਐਜੂਕੇਟਿਡ ਹਾਂ, ਮੈਂ ਉਸ ਸਮੇਂ ਵੀ ਟਿਊਸ਼ਨਸ ਪੜ੍ਹਾਉਂਦੀ ਸੀ। ਮੈਨੂੰ ਨਹੀਂ ਲੱਗਦਾ ਸੀ ਮੈਨੂੰ ਇਕਨੋਮਿਕਲੀ ਕਿਸੇ ਦੀ ਸਪੋਰਟ ਦੀ ਜ਼ਰੂਰਤ ਹੈਗੀ ਹੈ। ਮੈਂ ਇੰਨਾ ਕਰ ਸਕਦੀ ਸੀ ਆਪਣੇ ਆਪ ਕਿ ਮੈਂ ਮਤਲਬ
ਘੱਟੋ ਘੱਟ ਮੈਂ ਭੁੱਖੇ ਤੇ ਨਹੀਂ ਮਰ ਸਕਦੀ। ਜੇ ਉਹ ਮੇਰੇ ਨਾਲ ਜੁੜੇਗਾ ਪਰਿਵਾਰ, ਆਪਾਂ ਆਪਣਾ ਗੁਜ਼ਾਰਾ ਆਰਾਮ ਨਾਲ ਕਰ ਸਕਨੇ ਆ। ਜੇ ਮੇਨ ਚੀਜ਼ ਜੇ ਹੈਗੀ ਪਰਮਾਤਮਾ ਦੀ ਨਜ਼ਰ ਠੀਕ ਹੋਵੇ ਤੇ ਘਰ 'ਚ ਸੁੱਖ ਸ਼ਾਂਤੀ ਬਣੀ ਰਹੇ, ਤੇ ਬਾਕੀ ਆਪਾਂ ਸਾਰੇ ਸੁਪਨੇ ਜੇ ਇੱਕ ਦੂਜੇ ਦਾ ਸਾਥ ਮਤਲਬ ਕਿਸੇ ਵੀ ਕਪਲ 'ਚ ਆਪਣੀ ਅੰਡਰਸਟੈਂਡਿੰਗ ਅੱਛੀ ਹੈ ਤੇ ਆਪਾਂ ਹਰ ਚੀਜ਼ ਹਾਸਿਲ ਕਰ ਸਕਨੇ ਆ। ਕਿਸੇ ਚੀਜ਼ ਦੀ ਫਿਰ ਸਾਨੂੰ ਕਮੀ ਨਹੀਂ ਰਹਿ ਜਾਂਦੀ ਜ਼ਿੰਦਗੀ 'ਚ। ਜਦੋਂ ਫਿਰ ਘਰ ਦੇ ਰਿਸ਼ਤਾ ਲੈ ਕੇ ਆਉਂਦੇ ਸੀਗੇ ਹੈ ਨਾ, ਉਮਰ ਹੋ ਜਾਂਦੀ, ਘਰਦਿਆਂ ਨੂੰ ਫਿਕਰ ਹੋਣ ਲੱਗ ਜਾਂਦੀ, ਫਿਰ ਤੁਹਾਡਾ ਜਵਾਬ ਕੀ ਹੁੰਦਾ ਸੀ ਅੱਗੇ? ਪਹਿਲੇ ਤੇ ਜੇ ਕੋਈ ਰਿਸ਼ਤੇਦਾਰ ਰਿਸ਼ਤਾ ਦੱਸਦਾ ਵੀ ਸੀ ਤੇ ਕੋਈ ਮਤਲਬ ਚੰਗਾ ਰਿਸ਼ਤਾ ਦੱਸਦਾ ਨਹੀਂ ਸੀ। ਉਹ ਐਵੇਂ ਮਤਲਬ ਰਿਸ਼ਤਾ ਐਵੇਂ ਆਂਦਾ ਜੀ, ਕੋਈ ਕੁਲਫੀ ਦੀ ਰੇਹੜੀ ਹੈਗੀ ਆ ਉਹਦੇ ਨਾਲ ਕੁੜੀ ਦਾ ਵਿਆਹ ਕਰ ਦਿਓ। ਤੇ ਫਿਰ ਮੇਰੀ ਮੰਮੀ ਨੂੰ ਬੜਾ ਬੁਰਾ ਲੱਗਦਾ ਸੀ ਵੀ ਮੈਂ ਕਿਉਂ ਕਰਾਂ, ਐਵੇਂ ਕਿਉਂ ਕਰਾਂ। ਫਿਰ ਤਾਂ ਹੀ ਹੋਇਆ ਜੇ ਇੰਨਾ ਕੁ ਕੀ ਹੋ ਗਿਆ ਵੀ ਆਪਾਂ ਅਗਰ ਆਪਾਂ ਕਿਸੇ ਦਾ ਸਾਥ ਦੇਣਾ ਹੀ ਹੈ ਫਿਰ ਉਸ ਵਿਅਕਤੀ ਦਾ ਦਿਓ ਜੋ ਸਾਨੂੰ ਇੱਜ਼ਤ ਦੇ, ਸਾਨੂੰ ਪਿਆਰ ਦੇ। ਵਿਆਹ ਦੇ ਟਾਈਮ ਮੇਰੇ ਹਸਬੈਂਡ ਨਾਲ ਸਿਰਫ ਇੱਕੋ ਗੱਲ ਸੀ ਕਿ ਮੈਨੂੰ ਸਿਰਫ ਪਿਆਰ ਚਾਹੀਦਾ, ਬਾਕੀ ਮੈਂ ਜ਼ਿੰਦਗੀ 'ਚ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿਆਂਗੀ। ਤੇ ਫਿਰ ਵਿਆਹ ਵਾਲੀ ਜੋ ਕੰਡੀਸ਼ਨ ਸੀ, ਮੈਂ ਜੇ ਪੇਰੈਂਟਸ ਨੇ ਕਿਹਾ ਨਹੀਂ ਵਿਆਹ ਕਰਾਉਣਾ ਹੀ ਹੈ, ਫਿਰ ਮੈਂ ਕਹਿੰਦੀ ਸੀ ਕਿ ਵਿਆਹ ਕਰਾਉਣਾ ਤਾਂ ਤੁਸੀਂ ਐਵੇਂ ਕਰੋ, ਜਾਂ ਤਾਂ ਕਿਸੇ ਦੇ ਮਤਲਬ ਵਾਈਫ ਦੀ ਡੈਥ ਹੋ ਗਈ ਹੋਏ ਤੇ ਬੱਚੇ ਕਿਸੇ ਦੇ ਛੋਟੇ ਬੱਚੇ ਹੋਣ, ਉਹਨਾਂ ਨੂੰ ਮਾਂ ਦੇ ਪਿਆਰ ਦੀ ਜ਼ਰੂਰਤ ਹੋਏ ਤੇ ਮੈਂ ਉੱਥੇ ਸਪੋਰਟ ਕਰ ਸਕਦੀ ਹਾਂ, ਜਾਂ ਫਿਰ ਕਿਸੇ ਐਸੀ ਜਗ੍ਹਾ ਕਿ ਜੋ ਕੋਈ ਨੀਡੀ ਹੋਵੇ, ਜਿਹਨੂੰ ਵਾਸਤਵ 'ਚ ਮਤਲਬ ਜੋ ਕਹਿੰਦੇ ਨੇ ਨਾ ਲਾਈਫ ਪਾਰਟਨਰ, ਜੇ ਕਿਸੇ ਦੀ ਲਾਈਫ ਨੂੰ ਆਪਾਂ ਥੋੜ੍ਹਾ ਅੱਗੇ ਵਧਾ ਸਕਨੇ ਹਾਂ ਤੇ ਉੱਥੇ ਐਸੀ ਜਗ੍ਹਾ ਮੇਰੀ ਸ਼ਾਦੀ ਕਰ ਦਿਓ ਫਿਰ। ਅੱਛਾ, ਬਹੁਤ ਵੱਡੀ ਗੱਲ ਤੁਸੀਂ ਕਹੀ ਹੈ ਨਾ ਵੀ ਜੇ ਕਿਸੇ ਦੀ ਵਾਈਫ ਦੀ ਡੈਥ ਹੋ ਗਈ ਆ ਤੇ ਉੱਥੇ ਮੇਰਾ ਵਿਆਹ ਕਰ ਦਿਓ ਹੈ ਨਾ। ਵੀ ਹਸਬੈਂਡ ਦਾ ਪਹਿਲਾਂ ਵਿਆਹ ਹੋਇਆ ਤੇ ਉਹਦਾ ਦੂਜਾ ਵਿਆਹ ਕਰਾਉਣ 'ਚ ਉੱਥੇ ਕਦੀ ਲੋਕ ਤਾਂ ਇਤਰਾਜ਼ ਕਰਦੇ ਹੈ ਨਾ। ਐਡਾ ਵੱਡਾ ਡਿਸੀਜਨ, ਐਡਾ ਵੱਡਾ ਦਿਲ, ਇਹ ਇੰਨਾ ਹੌਸਲਾ ਕਿੱਥੋਂ ਆਇਆ ਸੀਗਾ? ਇਹ ਥੋਟਸ ਕਿੱਦਾਂ ਬਣ ਗਏ ਸੀਗੇ ਦਿਮਾਗ ਦੇ ਵਿੱਚ? ਐਵੇਂ ਦੇ ਥੋਟ ਵੀ ਤਾਂ ਬਣੇ ਕਿਉਂਕਿ ਮੇਰੀ ਮੰਮੀ ਨੇ ਆਪਣੀ ਮੈਰਿਜ ਲਾਈਫ 'ਚ ਬਹੁਤ ਸਟਰਗਲ ਕੀਤਾ, ਬਹੁਤ ਜ਼ਿਆਦਾ ਸਟਰਗਲ ਕੀਤਾ। ਉਹਨਾਂ ਦੀ ਫਸਟ ਮੈਰਿਜ ਹੋਈ ਤੇ ਉੱਥੇ ਸੈੱਟ ਨਹੀਂ ਹੋ ਪਾਏ, ਬੜੇ ਡਰੰਕਰਡ ਸੀ ਉਹ ਪਰਸਨ, ਤੇ ਛੋਟੇ ਛੋਟੇ ਅਸੀਂ ਦੋਨੋਂ ਭੈਣ ਭਰਾ ਸੀ। ਮੰਮੀ ਨੂੰ ਉੱਥੋਂ ਆਉਣਾ ਪੈ ਗਿਆ ਤੇ ਫਿਰ ਉਹਨਾਂ ਦੇ ਜਿਹੜੇ ਮਾਇਕੇ ਵਾਲੇ ਸੀ ਉਹਨਾਂ ਨੇ ਵੀ ਮੰਮੀ ਦਾ ਸਾਥ ਨਹੀਂ ਦਿੱਤਾ। ਆਪਣੇ ਆਪ ਉਹਨਾਂ ਨੇ ਇੱਕ ਨਰਸ ਦੀ ਜੋਬ ਕੀਤੀ ਤੇ ਸਾਨੂੰ ਫਿਰ ਮਤਲਬ ਮੰਮੀ ਨੇ ਵੱਡਾ ਕੀਤਾ। ਫਿਰ ਜਿਵੇਂ ਮਤਲਬ ਰੱਬ ਨੇ ਹੀ ਕੋਈ ਸੰਜੋਗ ਬਣਾਇਆ, ਉਹਨਾਂ ਦੀ ਵੀ ਰੀਮੈਰਿਜ ਹੋਈ, ਇੰਟਰਕਾਸਟ ਮੈਰਿਜ ਹੋਈ। ਤੇ ਉਹ ਜਿਹੜੇ ਫਾਦਰ ਸੀ ਸਾਡੇ, ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ। ਉਹਨਾਂ ਨੇ ਕਦੀ ਆਪਣਾ ਬੇਬੀ ਨਹੀਂ ਪਲਾਨ ਕੀਤਾ। ਸਾਡੇ ਸਰਟੀਫਿਕੇਟ 'ਚ ਈਵਨ ਕਿ ਮੇਰੇ ਜਿਹੜੇ ਰੀਅਲ ਫਾਦਰ ਸੀ ਉਹਨਾਂ ਦਾ ਨਾਂ ਸੀ, ਕਦੀ ਉਹਨਾਂ ਨੇ ਓਬਜੈਕਸ਼ਨ ਨਹੀਂ ਕੀਤਾ ਮੇਰੇ ਫਾਦਰ ਨੇ। ਤੇ ਫਿਰ ਉੱਥੋਂ ਇੰਸਪੀਰੇਸ਼ਨ ਮਿਲੀ ਕਿ ਜੇ ਇਹ ਕਰ ਸਕਦੇ ਨੇ, ਜਿਵੇਂ ਇਹਨਾਂ ਨੇ ਸਾਰੀ ਜ਼ਿੰਦਗੀ ਨੂੰ ਮਤਲਬ ਸਫਲ ਕੀਤਾ, ਉਵੇਂ ਆਪਾਂ ਵੀ ਕਿਸੇ ਦੇ ਕਰੀਏ ਤਾਂ ਫਿਰ ਇਹਨਾਂ ਦੀ ਕਰਨੀ ਸਫਲ ਹੋਏਗੀ। ਅੱਛਾ ਵੀਰ ਜੀ, ਜਦੋਂ ਤੁਹਾਡੇ ਨਾਲ ਗੱਲ ਕਰਦੇ ਸੀ ਤੁਸੀਂ ਕਹਿੰਦੇ ਸੀਗੇ ਕਿ ਮੈਂ ਇਹ ਸੋਚਿਆ ਸੀਗਾ ਸ਼ਾਇਦ ਮੇਰਾ ਵਿਆਹ ਹੋਣਾ ਹੀ ਨਹੀਂ ਆ। ਕਿਉਂ ਇਹ ਵਿਚਾਰ ਕਿਉਂ ਆਉਂਦੇ ਸੀਗੇ ਮਨ 'ਚ? ਇਸ ਕੇਸ ਵਿੱਚ ਬੜਾ ਮੁਸ਼ਕਿਲ ਹੁੰਦਾ ਹੈ ਕਿ ਮੈਰਿਜ ਕਰਨੀ, ਤੇ ਬੜਾ ਮੁਸ਼ਕਿਲ ਲੱਗਦਾ ਸੀਗਾ ਵੀ ਮੇਰੇ ਨਾਲ ਕੌਣ ਵਿਆਹ ਕਰੇਗਾ। ਬਟ ਉਹਨੂੰ ਰੱਬ ਦੀ ਮਿਹਨਤ, ਰੱਬ ਦੀ ਰਹਿਮਤ ਸਮਝੋ ਕਿ ਰਿਸ਼ਤਾ ਆਇਆ ਵੀ ਆਪਣੇ ਆਪ, ਔਰ ਇੰਨਾ ਅੱਛੀ ਲੜਕੀ ਮਿਲੀ, ਪੜ੍ਹੀ ਲਿਖੀ ਮਿਲੀ, ਸੋਹਣੀ ਮਿਲੀ, ਗੌਰਮੈਂਟ ਜੋਬ ਵਾਲੀ ਮਿਲ ਗਈ। ਇਸ ਤੋਂ ਉੱਪਰ ਤੇ ਮੈਂ ਕਹਿੰਦਾ ਕੁਝ ਹੋ ਹੀ ਨਹੀਂ ਸਕਦਾ ਮੇਰੇ ਵਾਸਤੇ, ਐਜ਼ ਏ ਗੋਡ ਗਿਫਟ ਸੀ। ਤੁਹਾਨੂੰ ਫਿਰ ਰਿਸ਼ਤੇ ਕਿੱਦਾਂ ਦੇ ਆਉਂਦੇ ਹੁੰਦੇ ਸੀਗੇ? ਮੇਰੀ ਅਭੀ ਘਰ ਪੇ ਰਿਸ਼ਤੇ ਲਈ ਅਜੇ ਗੱਲਬਾਤ ਨਹੀਂ ਸਟਾਰਟ ਹੋਈ ਸੀ। ਇਹਨਾਂ ਦੀ ਪਹਿਲਾ ਰਿਸ਼ਤਾ ਹੀ ਇਹਨਾਂ ਦਾ ਆਇਆ। ਹਾਂਜੀ, ਪਹਿਲਾ ਰਿਸ਼ਤਾ ਹੀ ਇਹਨਾਂ ਦਾ ਆਇਆ। ਅੱਛਾ, ਦੱਸਦੇ ਸੀਗੇ ਕਹਿੰਦੇ ਅੰਕਲ ਹੁਣੇ ਆਉਂਦੇ ਸੀਗੇ ਦੁਕਾਨ ਤੇ, ਉਹ ਤੁਹਾਨੂੰ ਦੁਕਾਨ ਤੋਂ ਪਸੰਦ ਕਰਕੇ ਗਏ ਸੀ? ਹਾਂਜੀ, ਇਹਨਾਂ ਦੇ ਫਾਦਰ ਸਾਹਿਬ ਮੇਰੇ ਕੋਲ ਸ਼ੋਪ ਤੇ ਐਜ਼ ਏ ਕਸਟਮਰ ਆਉਂਦੇ ਸੀ। ਉਹਨਾਂ ਨੂੰ ਮੇਰਾ ਨੇਚਰ ਲਗਾ ਲਓ, व्यवहार लगा लो, सोना लगता सीगा। वो घर पे जाके बात करते थे, तो फिर इनके घर में जो भी बातचीत हुई होगी, फिर इनकी कॉल अपने आप आई मेरे पास। ਅੱਛਾ, ਕਿੱਥੇ ਤੁਸੀਂ ਇਹ ਸੋਚਦੇ ਸੀਗੇ ਕਿ ਮੇਰੇ ਨਾਲ ਕਿਸੇ ਨੇ ਵਿਆਹ ਕਿਉਂ ਕਰਾਉਣਾ ਹੈ ਨਾ, ਵੀ ਮੇਰਾ ਤਾਂ ਵਿਆਹ ਹੋਣਾ ਨਹੀਂ, ਤੇ ਕਿੱਥੇ ਤੁਹਾਨੂੰ ਆਪਣੇ ਆਪ ਇੰਨਾ ਸੋਹਣਾ ਰਿਸ਼ਤਾ, ਇੰਨੀ ਸੋਹਣੀ ਕੁੜੀ ਹੈ ਨਾ, ਵੈਲ ਐਜੂਕੇਟਡ ਤੇ ਕੰਮਕਾਰ ਕਰਦੇ ਨੇ ਉਹ ਵਧੀਆ ਹੈ ਨਾ, ਇੰਨੀ ਸੋਚ ਸਮਝ ਉਹਨਾਂ ਦੀ ਵਧੀਆ ਆ, ਤੇ ਆਪ ਰਿਸ਼ਤਾ ਆਉਂਦਾ, ਫਿਰ ਉਦੋਂ ਰਿਐਕਸ਼ਨ ਕਿੱਦਾਂ ਦਾ ਹੁੰਦਾ ਤੁਹਾਡਾ? ਖੁਸ਼ੀ ਦਾ ਟਿਕਾਣਾ ਨਹੀਂ ਸੀ ਮੇਰਾ ਤਾਂ। ਭਗਵਾਨ ਦੀ ਤਾਂ ਕਿਰਪਾ ਹੀ ਮੰਨ ਕੇ ਚਲੋ, ਭਗਵਾਨ ਦੀ ਕਿਰਪਾ ਹੀ ਹੈ ਤਾਂ। ਕਦੀ ਇੱਦਾਂ ਦਿਮਾਗ 'ਚ ਆਉਂਦਾ ਹੁੰਦਾ ਸੀਗਾ ਕਿ ਜੇ ਮੇਰਾ ਵਿਆਹ ਹੁੰਦਾ ਹੈ ਤੇ ਅੱਗਿਓਂ ਵੀ ਰਿਸ਼ਤਾ ਉੱਦਾਂ ਦਾ ਹੀ ਆਊਗਾ, ਕੁੜੀ ਵੀ ਉੱਦਾਂ ਦੀ ਮਿਲੂਗੀ ਜਿਹਦੇ ਵਿੱਚ ਕੋਈ ਨਾ ਕੋਈ ਕਮੀ ਹੋਊਗੀ? ਜੀ, ਐਸੇ ਹੀ ਹੁੰਦਾ ਹੈਗਾ। ਜਦੋਂ ਹੁਣ ਆਪਾਂ ਨੂੰ ਕਮੀ ਹੈ ਤਾਂ ਸਾਨੂੰ ਕਮੀ ਵਾਲੀ ਕੁੜੀ ਜ਼ਿਆਦਾਤਰ ਮਿਲਦੀ ਹੈ, ਤੇ ਇਹੀ ਸੋਚ ਤੋਂ ਲੱਗਦਾ ਸੀਗਾ ਵੀ ਕੋਈ ਨਾ ਕੋਈ ਕਮੀ ਵਾਲੀ ਮਿਲੇਗੀ। ਫਿਰ ਮੰਨ ਲਓ ਮੈਨੂੰ ਵੀ ਦਿੱਕਤ ਹੈ, ਉਹਨੂੰ ਵੀ ਦਿੱਕਤ ਆਏਗੀ, ਪੂਰੀ ਲਾਈਫ ਵਿੱਚ ਦਿੱਕਤ ਹੀ ਰਹੇਗੀ। ਮੰਨ ਲਓ ਕਿ ਹੁਣ ਬੱਚੇ ਨੂੰ ਉਠਾਉਣਾ ਹੈ, ਕੋਈ ਬੈਗ ਉਠਾਉਣਾ ਹੈ, ਘਰ ਦੇ ਕੰਮ ਕਰਨੇ ਨੇ, ਬਾਹਰ ਅੰਦਰ ਜਾਣਾ ਹੈ, ਬਹੁਤ ਦਿੱਕਤ ਆਏਗੀ। ਇਹੀ ਸੋਚਦਾ ਸੀਗਾ ਮੈਂ ਪਹਿਲੇ। ਬਟ ਜੋ ਫਿਰ ਪਰਮਾਤਮਾ ਨੂੰ ਮਨਜ਼ੂਰ ਸੀਗਾ, ਪਰਮਾਤਮਾ ਨੇ ਮੈਨੂੰ ਬਹੁਤ ਅੱਛਾ ਗੋਡ ਗਿਫਟ ਦਿੱਤਾ। ਹਾਂਜੀ,
ਜਦੋਂ ਤੁਹਾਡੇ ਪਰਿਵਾਰ ਫਾਦਰ ਸਾਹਿਬ ਪਸੰਦ ਕਰ ਗਏ ਹੈ ਨਾ, ਫੈਮਿਲੀ ਰਾਜ਼ੀ ਪੂਰੀ, ਰਿਸ਼ਤੇਦਾਰ ਗੱਲਾਂ ਕਰਦੇ ਸੀਗੇ? ਹਾਂਜੀ, ਰਿਸ਼ਤੇਦਾਰ ਵੀ ਪਹਿਲੇ ਤਾਂ ਮੇਰੀ ਮੰਮੀ ਨਹੀਂ ਮੰਨਦੇ ਸੀ। ਮੰਮੀ ਕਹਿੰਦੇ ਨਹੀਂ ਮੈਂ ਕਿਉਂ ਕਰਾਂ ਆਪਣੀ ਕੁੜੀ ਦਾ, ਮੇਰੀ ਕੁੜੀ ਤਾਂ ਪੜ੍ਹੀ ਲਿਖੀ ਹੈ। ਫਿਰ ਮੰਮੀ ਨੂੰ ਵੀ ਅਸੀਂ ਸਮਝਾਇਆ, ਮੰਮੀ ਕੋਈ ਗੱਲ ਨਹੀਂ ਬਈ ਜੇ ਮੈਂ ਖੁਸ਼ ਹਾਂ ਫਿਰ ਤੁਹਾਨੂੰ ਮੇਰੇ ਨਾਲ ਖੁਸ਼ ਹੋਣਾ ਚਾਹੀਦਾ ਹੈ। ਫਿਰ ਰਿਸ਼ਤੇਦਾਰਾਂ ਨੇ ਵੀ ਜਿਵੇਂ ਨਹੀਂ ਸਾਡਾ ਸਾਥ ਦਿੱਤਾ, ਮੰਮੀ ਨੂੰ ਵੀ ਉਹਨਾਂ ਨੇ ਬਹੁਤ ਕੁਝ ਕਿਹਾ। ਬਸ ਮੰਮੀ ਨੂੰ ਕਹਿੰਦੇ ਸੀ ਬਈ ਤੈਨੂੰ ਫਾਦਰ ਰੀਅਲ ਨਹੀਂ ਹੈਗੇ, ਤਾਂ ਕਰਕੇ ਸ਼ਾਇਦ ਤੁਸੀਂ ਐਵੇਂ ਉਹਦਾ ਵਿਆਹ ਕਰਦੇ ਹੋ। ਜੇ ਸੱਕਾ ਪਿਓ ਹੁੰਦਾ ਫਿਰ ਐਵੇਂ ਐਸੀ ਜਗ੍ਹਾ ਵਿਆਹ ਨਾ ਕਰਦਾ, ਤੇ ਜਾਂ ਫਿਰ ਤੂੰ ਸਾਨੂੰ ਦੱਸ ਦਿੰਦੀ, ਅਸੀਂ ਇਹਦੇ ਵਾਸਤੇ ਕੋਈ ਹੋਰ ਮੁੰਡਾ ਚੱਜ ਦਾ ਦੱਸ ਦਿੰਦੇ। ਤੇ ਵਿਆਹ ਵਾਲੇ ਦਿਨ ਵੀ ਉਹਨਾਂ ਨੇ ਮਤਲਬ ਆਪਣੀ ਤਰਫੋਂ ਹਰ ਇੱਕ ਤਰ੍ਹਾਂ ਜਿਵੇਂ ਹੁੰਦੇ ਨਾ ਕੋਈ ਵੀ ਰੋਕਣ ਦੀ ਵਿਆਹ ਨੂੰ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੂੰ। ਮਤਲਬ ਉਹਨਾਂ ਨੇ ਮੰਮੀ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਵਿਆਹ ਵਾਲੇ ਦਿਨ ਵੀ। ਤੇ ਜਿਵੇਂ ਮੈਂ ਸਟੇਜ 'ਤੇ ਜਾ ਰਹੀ ਸੀ ਉਹਨਾਂ ਨੇ ਵੀ ਮੈਨੂੰ ਕਿਹਾ ਬਈ ਇਹ ਤੂੰ ਕੀ ਕਰਦੀ ਪਈ ਹੈ, ਮਤਲਬ ਇਸ ਤੋਂ ਚੰਗਾ ਤੇ ਤੂੰ ਮਰ ਜਾਂਦੀ, 4 ਦਿਨ ਰੋ ਲੈਂਦੇ ਤੈਨੂੰ, ਫਿਰ ਉਹ ਜ਼ਿਆਦਾ ਚੰਗਾ ਸੀ, ਇਹ ਤੂੰ ਠੀਕ ਨਹੀਂ ਕਰ ਰਹੀ। ਫਿਰ ਮੈਂ ਉਹਨਾਂ ਦੇ ਅੱਗੇ ਹੱਥ ਜੋੜੇ, ਮੈਂ ਕਿਹਾ ਪਲੀਜ਼ ਹੁਣ ਤੁਸੀਂ ਐਵੇਂ ਦਾ ਤਮਾਸ਼ਾ ਨਾ ਕਰੋ ਇੱਥੇ, ਕਿ ਜੋ ਹੋ ਰਿਹਾ ਤੇ ਜੇ ਮੈਂ ਖੁਸ਼ ਹਾਂ ਮੈਂ ਮੇਰੇ ਮੰਮੀ ਪਾਪਾ ਨੂੰ ਕੁਛ ਨਾ ਕਹੋ, ਜੋ ਕੁਛ ਹੋ ਰਿਹਾ ਮੇਰੀ ਮਰਜ਼ੀ ਨਾਲ ਹੋ ਰਿਹਾ, ਤੁਸੀਂ ਐਵੇਂ ਨਾ ਸੋਚੋ ਮੇਰੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਹੈਗਾ। ਫਿਰ ਬਸ ਉਸ ਤੋਂ ਬਾਅਦ ਵੀ ਹੌਲੀ ਹੌਲੀ ਜਿਵੇਂ ਮੇਰੇ ਮਦਰ ਦੀ ਫੈਮਿਲੀ ਕਾਫੀ ਸਾਡੇ ਤੋਂ ਦੂਰ ਹੋ ਗਈ, ਇੰਨਾ ਜ਼ਿਆਦਾ ਸਾਡਾ ਵਰਤਾਨ ਨਹੀਂ ਰਿਹਾ ਉਹਨਾਂ ਦੇ ਨਾਲ। ਅਤੇ ਮੇਰੀ ਇੱਕ ਬਹੁਤ ਅੱਛੀ ਫਰੈਂਡ ਸੀ, ਹੁਣ ਉਹ ਫਰੀਦਾਬਾਦ ਰਹਿੰਦੀ ਹੈ, ਉਹਨੇ ਮੇਰਾ ਬੜਾ ਸਾਥ ਦਿੱਤਾ। ਮਤਲਬ ਉਹਨੇ ਮੇਰੇ ਨਾਲ ਐਮਫਿਲ ਕੀਤੀ ਅਤੇ ਵਿਆਹ ਜਦੋਂ ਸਾਡਾ ਹੋ ਗਿਆ ਡੋਲੀ ਜਾਣ ਤੋਂ ਬਾਅਦ ਉਹਨੂੰ ਵੀ ਰਿਸ਼ਤੇਦਾਰਾਂ ਨੇ ਬੜੇ ਮੇਨੇ ਮਾਰੇ ਵੀ ਤੂੰ ਇਹਦੀ ਫਰੈਂਡ ਸੀ, ਤੂੰ ਇਹਨੂੰ ਕਿਉਂ ਨਹੀਂ ਸਮਝਾਇਆ, ਤੂੰ ਇਹਦਾ ਸਾਥ ਕਿਉਂ ਦਿੱਤਾ। ਉਹਨੂੰ ਵੀ ਬੜਾ ਮਤਲਬ ਮਾੜੇ ਬੋਲ ਉਹਨੂੰ ਵੀ ਬੋਲੇ, ਪਰ ਉਹਨੇ ਸਾਡਾ ਬੜਾ ਸਾਥ ਦਿੱਤਾ, ਬਹੁਤ ਉਹਨੇ ਸਾਡੇ ਵਾਸਤੇ ਪ੍ਰੇ ਕੀਤੀ। ਅਤੇ ਸ਼ਾਇਦ ਉਹਦੀ ਪ੍ਰੇ ਦਾ ਹੀ ਮਤਲਬ ਹੁਣ ਸਾਨੂੰ ਫਲ ਮਿਲ ਰਿਹਾ ਕਿ ਅਸੀਂ ਆਪਣੀ ਮੈਰਿਡ ਲਾਈਫ ਬੜੀ ਸਕਸੈਸਫੁਲੀ ਆਪਣੀ ਬਿਤਾ ਰਹੇ ਹਾਂ। ਅੱਛਾ, ਇੱਕ ਤੁਹਾਡੀ ਪਹਿਲਾਂ ਹੀ ਸੋਚ ਸੀਗੀ ਕਿ ਮੈਨੂੰ ਕੋਈ ਇੱਦਾਂ ਦਾ ਹੈ ਨਾ ਜੀਵਨ ਸਾਥੀ ਮਿਲੇ ਜਿਹਦਾ ਮੈਂ ਸਾਥ ਨਿਭਾ ਸਕਾਂ, ਹੈ ਨਾ। ਫਿਰ ਜਦੋਂ ਇਹਨਾਂ ਦਾ ਰਿਸ਼ਤਾ ਤੁਹਾਡੇ ਕੋਲ ਆਉਂਦਾ ਫਿਰ ਇਹ ਲੱਗਦਾ ਸੀਗਾ ਕਿ ਜੋ ਤੁਸੀਂ ਚਾਹੁੰਦੇ ਸੀ ਉਹ ਚੀਜ਼ ਪੂਰੀ ਹੋ ਗਈ? ਹਾਂਜੀ, ਬਸ ਮੇਰੇ ਫਾਦਰ ਨੇ ਕਿਹਾ ਸੀ ਜੇ ਤੇਰੀ ਐਵੇਂ ਦੀ ਸੋਚ ਹੈ ਤੇ ਉੱਥੇ ਇੱਕ ਮਤਲਬ ਮੁੰਡਾ ਹੈਗਾ, ਉਹਨਾਂ ਦੀ ਐਵੇਂ ਦੀ ਚਸ਼ਮੇ ਦੀ ਦੁਕਾਨ ਹੈਗੀ ਹੈ, ਜੇ ਤੂੰ ਕਰਨਾ ਹੀ ਹੈ ਤੇ ਫਿਰ ਤੂੰ ਉੱਥੇ ਦੇਖ ਲੈ। ਮੈਂ ਉਹਨਾਂ ਨੂੰ ਕਿਹਾ ਸੀ ਜੇ ਤੁਸੀਂ ਦੇਖ ਲਿਆ, ਕਹਿੰਦੇ ਬਸ ਨੇਚਰ, ਅਸੀਂ ਸਿਰਫ ਉਹਦੇ ਨੇਚਰ ਦੀ ਗਾਰੰਟੀ ਦੇ ਸਕਦੇ ਹਾਂ, ਹੋਰ ਤੈਨੂੰ ਅਸੀਂ ਕੋਈ ਗਾਰੰਟੀ ਨਹੀਂ ਦੇ ਸਕਦੇ ਕਿ ਮਤਲਬ ਹੋਰ ਅੱਗੇ ਮਤਲਬ ਤੂੰ ਇਹ ਸੋਚੇ ਬਹੁਤ ਅਮੀਰ ਘਰ ਹੈਗਾ, ਐਵੇਂ ਦਾ ਕੁਛ ਨਹੀਂ ਹੈਗਾ। ਬਸ ਉਸ ਮੁੰਡੇ ਦਾ ਸੁਭਾਅ ਐਵੇਂ ਦਾ ਹੈ ਕਿ ਉਹ ਸਭ ਦਾ ਦਿਲ ਜੀਤ ਸਕਦਾ ਹੈ। ਕਈ ਵਾਰੀ ਜਦੋਂ ਇੱਦਾਂ ਰਿਸ਼ਤਾ ਹੁੰਦਾ ਹੈ ਨਾ, ਜਿੱਦਾਂ ਹੁਣ ਤੁਹਾਡੀ ਆਪਣੀ ਅੰਡਰਸਟੈਂਡਿੰਗ ਹੈ, ਤੁਹਾਡੀ ਆਪਣੀ ਸੋਚ ਦੇ ਹਿਸਾਬ ਨਾਲ ਤੁਸੀਂ ਰਿਸ਼ਤਾ ਕੀਤਾ, ਅਤੇ ਕਹਿਣ ਵਾਲੇ ਕਹਿ ਦਿੰਦੇ ਹੁੰਦੇ ਸ਼ਾਇਦ ਪੈਸੇ ਲਏ ਹੋਣਗੇ, ਸ਼ਾਇਦ ਕੁੜੀ ਵੇਚਤੀ ਹੋਊਗੀ, ਇੱਦਾਂ ਦੀਆਂ ਗੱਲਾਂ ਹੁੰਦੀਆਂ? ਐਵੇਂ ਮਤਲਬ ਕਹਿਣ ਵਾਲਿਆਂ ਨੇ ਤਾਂ ਕਿਹਾ, ਉਹਨਾਂ ਨੇ ਇਹ ਵੀ ਕਿਹਾ ਜੇ ਐਵੇਂ ਹੀ ਕਰਨਾ ਸੀ ਫਿਰ ਕਿਸੇ ਅਮੀਰ ਘਰ 'ਚ ਚਲੇ ਜਾਂਦੇ, ਘੱਟੋ ਘੱਟ ਪੈਸਾ ਤਾਂ ਮਿਲ ਜਾਂਦਾ। ਪਰ ਹੁਣ ਵੀ ਅਸੀਂ ਮਤਲਬ ਕਿ ਜਿਵੇਂ ਅਸੀਂ ਦੋਨੋਂ ਬਹੁਤ ਅੱਛੀ ਤਰ੍ਹਾਂ ਮਤਲਬ ਇਹਨਾਂ ਦੇ ਨਾਲ ਵਿਆਹ ਤੋਂ ਬਾਅਦ ਹੀ ਪਰਮਾਤਮਾ ਨੇ ਮੇਰੀ ਸੁਣੀ। ਮੈਂ ਪਹਿਲੇ ਇਤਨੇ ਇੰਟਰਵਿਊ ਦਿੱਤੇ, ਉਸ ਤੋਂ ਬਾਅਦ ਮੇਰੀ ਗੌਰਮੈਂਟ ਜੋਬ ਲੱਗੀ, ਗੌਰਮੈਂਟ ਜੋਬ ਐਜ਼ ਅ ਲੈਕਚਰਰ ਇਕਨੋਮਿਕਸ ਮੇਰੀ ਲੱਗੀ। ਅਤੇ ਅਸੀਂ ਵਿਦਾਊਟ ਐਨੀ ਸਪੋਰਟ, ਪੇਰੈਂਟਸ ਦੀ ਸਸੁਰਾਲ ਵਾਲਿਆਂ ਦੀ ਤਰਫ ਤੋਂ ਕੋਈ ਬਿਨਾਂ ਸਪੋਰਟ ਤੋਂ ਅਸੀਂ ਆਪਣੇ ਆਪ ਆਪਣਾ ਮਕਾਨ ਬਣਾਇਆ, ਹੋਰ ਆਪਣਾ ਪਲੋਟ ਕੀਤਾ। ਅਸੀਂ ਉਹਨਾਂ ਤੋਂ ਇੱਕ ਪੈਸੇ ਦੀ ਵੀ ਸਪੋਰਟ ਨਹੀਂ ਲਿੱਤੀ ਹੈ। ਅਤੇ ਉਹ ਚੀਜ਼ ਹੁਣ ਉਹਨਾਂ ਨੂੰ ਪਤਾ ਚੱਲਦੀ ਹੈ ਕਿ ਪੈਸੇ ਵਾਸਤੇ ਨਹੀਂ ਕੀਤਾ ਇਹਨਾਂ ਨੇ। ਜੇ ਪੈਸੇ ਵਾਸਤੇ ਕੀਤਾ ਹੁੰਦਾ ਤਾਂ ਅਸੀਂ ਉਸੇ ਸਮੇਂ ਸ਼ਾਇਦ ਕਾਰਾਂ 'ਚ ਐਸ਼ ਕਰ ਰਹੇ ਹੁੰਦੇ, ਪਰ ਉਸ ਸਮੇਂ ਵੀ ਸਾਨੂੰ ਮਤਲਬ ਜੋ ਲੋਕੀ ਦੇਖਦੇ ਸੀ ਇਹਨਾਂ ਕੋਲ ਜੋ ਸਪੋਰਟਿਡ ਐਕਟਿਵਾ ਸੀ, ਅਸੀਂ ਉੱਥੇ 'ਤੇ ਹੀ ਜਾਂਦੇ ਸੀ, ਕਿਤੇ ਵੀ ਜਾਣਾ ਹੁੰਦਾ ਸੀ। ਹੁਣ ਅਸੀਂ ਜੇ ਆਪਣਾ ਆਪ ਕਰਨ ਲੱਗਿਆ, ਅਸੀਂ ਪੇਰੈਂਟਸ ਨੂੰ ਕੋਈ ਕਿਸੇ ਚੀਜ਼ ਵਾਸਤੇ ਪ੍ਰੈਸ਼ਰਾਈਜ਼ ਨਹੀਂ ਕੀਤਾ। ਜੋ ਵੀ ਚੀਜ਼ ਅਸੀਂ ਕਮਾਈ ਅਸੀਂ ਆਪਣੀ ਮਿਹਨਤ ਨਾਲ ਕਮਾਈ ਹੁਣ। ਅੱਛਾ, ਜਦੋਂ ਫਾਦਰ ਸਾਹਿਬ ਇਹ ਦੱਸਦੇ ਕਿ ਅਸੀਂ ਨੇਚਰ ਦੀ ਗਰੰਟੀ ਲੈਂਦੇ, ਅਸੀਂ ਹੋਰ ਕੋਈ ਨਹੀਂ ਲੈਂਦੇ, ਅਤੇ ਤੁਸੀਂ ਇੱਛਾ ਪ੍ਰਗਟਾਈ ਕਿ ਇੱਕ ਵਾਰੀ ਦੇਖ ਲਵਾਂ ਮੁੰਡੇ ਨੂੰ, ਜਾਂ ਘਰਦਿਆਂ ਨੇ ਕਿਹਾ ਹੋਵੇ ਵੀ ਇੱਕ ਵਾਰੀ ਤੂੰ ਮੁੰਡੇ ਨੂੰ ਦੇਖ ਲਾ? ਹਾਂ, ਉਹਨਾਂ ਨੇ ਕਿਹਾ ਸੀ ਕਿ ਤੂੰ ਉੱਥੇ ਆ ਜਾ, ਇੱਕ ਵਾਰ ਤੈਨੂੰ ਦਿਖਾ ਦਿੰਦੇ ਆ, ਤੂੰ ਜੋ ਗੱਲ ਕਰਨੀ ਹੈ ਕਰ ਲਓ, ਕੋਈ ਦਿੱਕਤ ਨਹੀਂ ਹੈਗੀ। ਫਿਰ ਇਹਨਾਂ ਦੇ ਪੇਰੈਂਟਸ ਆਏ, ਇਹਨਾਂ ਦੇ ਪੇਰੈਂਟਸ ਨੇ ਫਾਈਨਲ ਕਰ ਦਿੱਤਾ ਕੋਈ ਗੱਲ ਨਹੀਂ, ਮੈਨੂੰ ਕੋਈ ਦਿੱਕਤ ਨਹੀਂ ਸੀ। ਕਿਉਂਕਿ ਜਦੋਂ ਇਹਨਾਂ ਦੇ ਪੇਰੈਂਟਸ ਨੇ ਫਾਈਨਲ ਕੀਤਾ ਤਾਂ ਤੱਕ ਨਹੀਂ ਦੇਖਿਆ ਸੀ, ਕਿਉਂਕਿ ਦੇਖੋ ਦੇਖਣਾ ਤਾਂ ਸੀ ਜਦ ਮੇਰੇ ਮਨ 'ਚ ਕੋਈ ਰਿਜੈਕਸ਼ਨ ਵਾਲੀ ਥੋਟ ਆਉਂਦੀ, ਮੇਰੇ ਜਦ ਦਿਮਾਗ 'ਚ ਐਵੇਂ ਦੀ ਗੱਲ ਹੀ ਨਹੀਂ ਸੀ। ਜੇ ਮੈਂ ਕਰਨੀ ਹੀ ਐਵੇਂ ਦੀ ਜਗ੍ਹਾ 'ਤੇ ਹੈਗੀ ਹੈ, ਫਿਰ ਦੇਖੋ ਰੂਪ ਰੰਗ ਸ਼ਕਲ ਤੇ ਪਰਮਾਤਮਾ ਦੀ ਦੇਣ ਹੈਗੀ ਹੈ। ਇਨਸਾਨ ਦਾ ਆਪਣਾ ਸੁਭਾਅ ਵੀ ਚੰਗਾ ਹੋਣਾ ਚਾਹੀਦਾ ਜਿਹਦੇ ਲਾਰੇ ਆਪਣੀ ਅਸੀਂ ਜ਼ਿੰਦਗੀ ਕੱਟ ਸਕਨੇ ਹਾਂ। ਅਤੇ ਮੈਨੂੰ ਨਹੀਂ ਲੱਗਦਾ ਕਿ ਸ਼ਕਲ 'ਚ ਕੁਛ ਰੱਖਿਆ ਹੋਇਆ। ਹਾਲਾਂਕਿ ਅਸੀਂ ਬਾਅਦ 'ਚ ਮਿਲੇ, ਕੋਈ ਦਿੱਕਤ ਨਹੀਂ ਸੀ। ਮਤਲਬ ਬਾਅਦ 'ਚੋਂ ਕਈਆਂ ਨੇ ਸਾਨੂੰ ਇਹ ਵੀ ਕਿਹਾ ਕਿ ਤੇਰਾ ਘਰ ਵਾਲਾ ਬੜਾ ਸੋਹਣਾ ਹੈ, ਕਿਉਂਕਿ ਸਿਰਫ ਇੱਕ ਜੋ ਦਿੱਕਤ ਹੈ ਪਰਮਾਤਮਾ ਦੀ ਦਿੱਤੀ। ਇਨਸਾਨ 'ਚ ਆਪਣੀ ਦਿੱਕਤ ਨਹੀਂ ਹੋਣੀ ਚਾਹੀਏ, ਆਪਣੀ ਤਰਫੋਂ ਕੋਈ ਕਮੀ ਨਹੀਂ ਹੋਣੀ ਚਾਹੀਏ। ਬਾਕੀ ਜੋ ਮਾਲਕ ਨੇ ਦਿੱਕਤ ਦਿੱਤੀ ਹੈ ਉਹਨੂੰ ਅਸੀਂ ਦਿੱਕਤ ਨਹੀਂ ਮੰਨਣਾ ਚਾਹੀਦਾ। ਅੱਛਾ, ਤੁਹਾਨੂੰ ਪੁੱਛਾਂਗੇ ਆਪਾਂ
ਕਿ ਜਦੋਂ ਇਹਨਾਂ ਨੂੰ ਫਾਦਰ ਸਾਹਿਬ ਨੇ ਦੱਸਿਆ, ਇਹਨਾਂ ਨੂੰ ਸਾਰਾ ਕੁਝ ਐਕਸੈਪਟ ਸੀਗਾ, ਤੁਸੀਂ ਇੱਕ ਵਾਰੀ ਇਹਨਾਂ ਨੂੰ ਕਿਹਾ ਸੀ ਇੱਕ ਵਾਰੀ ਮੈਨੂੰ ਦੇਖ ਲਓ ਤੁਸੀਂ, ਕਿ ਬਾਅਦ 'ਚ ਇਹ ਗੱਲਾਂ ਨਾ ਹੋਣ? जी मैंने इनको बताया था आप मेरे को अभी मैंने हाँ मैं ਇਹਨਾਂ ਨੂੰ ਦੱਸਿਆ ਸੀਗਾ ਤੁਸੀਂ ਮੈਨੂੰ ਪਹਿਲੇ ਚੰਗੀ ਤਰ੍ਹਾਂ ਦੇਖ ਲਓ, ਗੱਲਬਾਤ ਕਰ ਲਓ, ਕੋਈ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਕਮੀ ਜ਼ਿਆਦਾ ਹੈ, ਨਹੀਂ ਪਸੰਦ ਹੈਗਾ ਤਾਂ ਕੋਈ ਗੱਲ ਨਹੀਂ, ਹੁਣੇ ਦੇਖ ਲਓ, ਬਾਅਦ 'ਚ ਫਿਰ ਨਾ ਪ੍ਰੋਬਲਮ ਕ੍ਰੀਏਟ ਹੋਵੇ ਮੈਰਿਜ ਲਾਈਫ 'ਚ ਦੋਵਾਂ ਦੀ। ਫਿਰ ਇਹਨਾਂ ਦਾ ਜਵਾਬ ਕੀ ਹੁੰਦਾ? ਇਹਨਾਂ ਨੇ ਮੈਨੂੰ ਇਹ ਕਿਹਾ ਕਿ ਤੁਸੀਂ ਮੇਰੀ ਤਰਫੋਂ ਤੁਹਾਨੂੰ ਕੋਈ ਵੀ ਕਮੀ ਨਹੀਂ ਆਏਗੀ ਕਦੀ ਵੀ, ਤੁਸੀਂ ਇਸ ਚੀਜ਼ ਨੂੰ ਭੁੱਲ ਜਾਓਗੇ। ਔਰ ਅੱਜ ਤੱਕ ਇਹਨੇ ਮੈਨੂੰ ਕਦੀ ਇਹ ਫੀਲ ਹੀ ਨਹੀਂ ਦਿੱਤਾ ਕਿ ਤੁਹਾਨੂੰ ਕੋਈ ਕਮੀ, ਔਰ ਮੈਂ ਬਿਲਕੁਲ ਫਿੱਟ ਹਾਂ। ਹਮੇਸ਼ਾ ਸਪੋਰਟ ਕਰਦੇ ਮੇਰੇ ਨਾਲ ਹਰ ਜਗ੍ਹਾ ਤੇ, ਕੋਈ ਵੀ ਐਸੀ ਗੱਲ ਹੋਈ ਨਹੀਂ। ਜਦੋਂ ਇਹਨਾਂ ਦੇ ਘਰਦਿਆਂ ਨੂੰ ਪਤਾ ਲੱਗਦਾ ਤੇ ਉਹ ਕੀ ਕਹਿੰਦੇ, ਉਹਨਾਂ ਦਾ ਰਿਐਕਸ਼ਨ ਕਿਵੇਂ ਦਾ ਸੀਗਾ? ਨਹੀਂ, ਉਹਨਾਂ ਦਾ ਰਿਐਕਸ਼ਨ ਪਹਿਲੇ ਤਾਂ ਬਹੁਤ ਖੁਸ਼ ਹੋਏ। ਉਹਨਾਂ ਨੇ, ਇਹਨਾਂ ਦੀ ਮੰਮੀ ਨੇ ਮੈਨੂੰ ਕਾਫੀ ਬਲੈਸਿੰਗਸ ਦਿੱਤੀ। ਬਸ ਉਹਨਾਂ ਨੇ ਇਹ ਗੱਲ ਸਮਝਾਈ ਕਿ ਜੇ ਹੁਣ ਅੱਗੇ ਵਧਣ ਲੱਗੀਏ ਤੇ ਫਿਰ ਕਿਸੇ ਬਾਹਰ ਵਾਲੇ ਦੇ ਕਹਿਣ 'ਚ ਨਹੀਂ ਆਉਣਾ, ਕਿਉਂਕਿ ਜਿਨ੍ਹਾਂ ਨੂੰ ਵੀ ਪਤਾ ਚੱਲੇਗਾ ਉਹ ਲੋਕੀ ਤੈਨੂੰ ਆਪਣਾ ਪੈਰ ਪਿੱਛੇ ਖਿੱਚਣ ਵਾਸਤੇ ਬਹੁਤ ਮਤਲਬ ਪ੍ਰੈਸ਼ਰ ਦੇਣਗੇ ਤੇਰੇ ਉੱਤੇ, ਫਿਰ ਉਹਨਾਂ ਬਾਰੇ ਨਹੀਂ ਸੋਚਣਾ। ਤੇ ਉਹਨਾਂ ਨੂੰ ਵੀ ਮੈਂ ਇਹੋ ਗੱਲ ਕੀਤੀ ਸੀ ਕਿ ਅਗਰ ਮੈਂ ਮਤਲਬ ਕਿਸੇ ਬਾਹਰ ਵਾਲੇ ਦੇ ਪ੍ਰੈਸ਼ਰ 'ਚ ਹੁੰਦੀ ਸ਼ਾਇਦ ਮੈਂ ਡਿਸੀਜ਼ਨ ਹੀ ਨਹੀਂ ਲੈ ਸਕਦੀ ਸੀ, ਕਿਉਂਕਿ ਉਸ ਸਮੇਂ ਮੇਰੀ ਏਜ ਸੀ 26 ਈਅਰ। ਉਸ ਸਮੇਂ ਫੁੱਲੀ ਮੈਚਿਓਰ ਹੁੰਦਾ ਬੰਦਾ, ਉਹਨੂੰ ਮੈਨੂੰ ਨਹੀਂ ਲੱਗਦਾ ਕਿਸੇ ਤੋਂ ਕੋਈ ਓਪੀਨੀਅਨ ਲੈਣ ਦੀ ਜ਼ਰੂਰਤ ਹੁੰਦੀ ਹੈ। ਜੇ ਮੈਂ ਆਪਣਾ ਮਨ ਪੱਕਾ ਕਰ ਲਿੱਤਾ ਤੇ ਫਿਰ ਕਰ ਲਿੱਤਾ। ਹਾਂਜੀ। ਅੱਛਾ, ਇਹ ਦੱਸਦੇ ਸੀਗੇ ਵੀਰ ਹੁਣੇ ਕਿ ਜਦੋਂ ਵਿਆਹ ਹੋਇਆ ਸੀ ਉਦੋਂ ਸਟਰਗਲ ਟਾਈਮ ਚੱਲ ਰਿਹਾ ਸੀਗਾ, ਹੈ ਨਾ, ਜੋਬ ਤੁਹਾਡੀ ਵੀ ਬਾਅਦ 'ਚ ਲੱਗੀ ਹੈ, ਫਿਰ ਕਿੱਦਾਂ ਦੇ ਦਿਨ ਹੰਢਾਏ ਨੇ ਤੁਸੀਂ ਦੋਨਾਂ ਨੇ ਇੱਕ ਦੂਜੇ ਦੇ ਸਾਥ ਨਾਲ? ਨਹੀਂ, ਇਹ ਮਤਲਬ ਸਟਰਗਲ ਵਾਲਾ ਟਾਈਮ ਸੀ। ਇੰਨੀ ਸਾਡੇ ਕੋਲ ਸਹੂਲੀਅਤ ਨਹੀਂ ਸੀ ਜਿੰਨੀ ਹੁਣ ਹੈਗੀ ਹੈ, ਬਟ ਅਸੀਂ ਇੰਨੇ ਤੰਗ ਵੀ ਨਹੀਂ ਸੀ। ਪਰਮਾਤਮਾ ਨੇ ਉਸ ਸਮੇਂ ਵੀ ਕਦੀ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਈਵਨ ਇੱਕ ਵਾਰੀ ਮੈਂ ਇਹਨਾਂ ਨੂੰ ਕੋਈ ਚੀਜ਼ ਵਾਸਤੇ ਕਿਹਾ ਤੇ ਇਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਿ 1000-2000 ਦੀ ਚੀਜ਼ ਵਾਸਤੇ ਮੇਰੇ ਕੋਲ ਐਵੇਂ ਨਾ ਤੂੰ ਪੁੱਛਿਆ ਕਰ, ਜੋ ਤੂੰ ਲੈਣਾ ਹੁੰਦਾ ਆਪਣਾ ਲੈ ਲਿਆ ਕਰ। ਅੱਜ ਵੀ ਅਗਰ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਕਦੀ ਮਨਾ ਨਹੀਂ ਕਰਦੇ। 10 ਵਾਰੀ ਅਗਰ ਬਾਜ਼ਾਰ ਤੋਂ ਆ ਕੇ ਵੀ ਖੜੇ ਹੋਣਗੇ, ਕੋਈ ਸਮਾਨ ਭੁੱਲ ਗਏ, ਮੈਂ ਕਹਾਂਗੀ ਉਹ ਹੋਇਆ ਤੇ ਰਹਿ ਗਿਆ, ਚਲ ਹੁਣੇ ਲੈ ਆਉਣਾ। ਮਤਲਬ ਇਹਨਾਂ ਨੇ ਕਦੀ ਮੈਨੂੰ ਨਹੀਂ ਕਿਹਾ ਕਿ ਮੈਨੂੰ ਮਤਲਬ ਤੁਰਨ 'ਚ ਦਿੱਕਤ ਹੈ ਤਾਂ ਵੀ ਤੂੰ ਮੇਰੇ 10 ਚੱਕਰ ਕਟਾ ਤੇ 5 ਚੱਕਰ ਕਟਾ ਤੇ। ਜਦੋਂ ਕਿ ਬਿਲਕੁਲ ਫਿਜ਼ੀਕਲੀ ਫਿੱਟ ਬੰਦੇ ਨੂੰ ਵੀ ਘਰ ਵਾਲੀ ਕਹਿ ਦੇ ਨਾ 2 ਚੀਜ਼ਾਂ ਬਾਜ਼ਾਰੋਂ ਲਿਆਉਣ ਵਾਸਤੇ, ਤੇ ਫਿਰ ਤੀਜਾ ਚੱਕਰ ਲਾਉਣਾ ਪੈ ਜੇ, ਉਹਨੂੰ ਖਾਣ ਨੂੰ ਪਏਗਾ ਕਿ ਇੱਕ ਵਾਰੀ ਨਹੀਂ ਦੱਸ ਸਕਦੀ ਸਾਰਾ ਸਮਾਨ ਲਿਆਉਣ ਵਾਸਤੇ। ਲੇਕਿਨ ਇਹਨਾਂ ਨੇ ਮੈਨੂੰ ਕਦੀ ਨਹੀਂ ਕਿਹਾ, ਕਦੀ ਮਤਲਬ ਇਹ ਨਹੀਂ ਵੀ ਮੈਨੂੰ ਟਾਈਮ ਨਹੀਂ ਦਿੱਤਾ। ਹਰ ਜਗ੍ਹਾ ਘੁੰਮਣ ਵਾਸਤੇ ਹਰ ਜਗ੍ਹਾ ਲੈ ਕੇ ਜਾਂਦੇ ਨੇ। ਤੇ ਉਹੀ ਸ਼ਾਇਦ ਇਹਨਾਂ ਦੇ ਅੰਕਲ ਜੀ ਸੀ, ਉਹ ਕਹਿੰਦੇ ਸੀ ਨੀਅਤ ਨੂੰ ਬਰਕਤ ਪੈਂਦੀ ਹੈ। ਜਿਵੇਂ ਦੀ ਸਾਡੀ ਨੀਅਤ ਸੀ ਇਹਨਾਂ ਦੀ ਨੀਅਤ ਸੀ, ਪਰਮਾਤਮਾ ਨੇ ਸਾਡੀ ਸੋਹਣੀ ਸੁਣ ਲਈ। ਅੱਛਾ, ਫਿਰ ਵਿਆਹ ਤੋਂ ਬਾਅਦ ਕਹਿੰਦੇ ਸੀਗੇ ਵੀ ਇਹ ਕਿਵੇਂ ਤੁਰਦਾ ਆ, ਕਹਿੰਦੇ ਸੀਗੇ ਜੱਚਦੇ ਨਹੀਂ ਉਹ ਜੋੜੀ ਆ ਤੁਹਾਡੀ, ਹੈ ਨਾ, ਤੁਹਾਡੇ ਰਿਸ਼ਤੇਦਾਰ ਮਿਹਣੇ ਮਾਰਦੇ ਸੀਗੇ ਮੂੰਹ ਤੇ ਕਿਸੇ ਨੇ ਦੇਖੋ ਡਾਇਰੈਕਟ ਤੇ, ਕਿਉਂਕਿ ਉਹਨਾਂ ਨੂੰ ਮੇਰਾ ਨੇਚਰ ਪਤਾ ਸੀ, ਡਾਇਰੈਕਟ ਤੇ ਕਿਸੇ ਦੀ ਹਿੰਮਤ ਹੀ ਨਹੀਂ ਸੀ ਕਹਿਣ ਦੀ। ਮੈਨੂੰ ਡਾਇਰੈਕਟ ਮੈਨੂੰ ਨਹੀਂ ਕੋਈ ਵੀ ਕਹਿ ਸਕਦਾ, ਕਿਉਂਕਿ ਮੇਰਾ ਆਪਣਾ ਡਿਸੀਜ਼ਨ ਹੈ। ਜਦ ਮੈਂ ਕਹਿ ਤਾ ਡਿਸੀਜ਼ਨ ਹੀ ਮੇਰਾ, ਦੈਨ ਹੂ ਆਰ ਯੂ। ਤੇ ਫਿਰ ਬਾਕੀ ਪਿੱਠ ਪਿੱਛੇ ਲੋਕ ਗੱਲਾਂ ਕਰਦੇ ਸੀ। ਮੇਰੇ ਫਾਦਰ ਨੇ ਮੈਨੂੰ ਇੱਕ ਗੱਲ ਕਹੀ ਸੀ, ਹੁਣ ਜੇ ਤੂੰ ਐਵੇਂ ਵਿਆਹ ਕਰ ਰਹੀ ਹੈ ਤੈਨੂੰ ਅੰਨੇ ਹੋ ਕੇ ਤੇ ਬਹਿਰੇ ਹੋ ਕੇ ਜ਼ਿੰਦਗੀ ਜੀਣੀ ਪਏਗੀ। ਨਾ ਤੂੰ ਕਿਸੇ ਵੱਲ ਵੇਖਣਾ, ਨਾ ਤੂੰ ਕਿਸੇ ਦੀ ਸੁਣਨੀ, ਆਪਣੀ ਜ਼ਿੰਦਗੀ ਆਰਾਮ ਨਾਲ ਜੀਓ ਤੁਸੀਂ। ਅੱਛਾ, ਜਦੋਂ ਬਾਹਰ ਕਿਤੇ ਨਿਕਲਦੇ ਹੋ ਫਿਰ ਲੋਕ ਟੌਂਟ ਵਗੈਰਾ ਕਰਦੇ ਨੇ? ਕਈ ਵਾਰੀ ਲੋਕ ਦੇਖਦੇ ਇੱਦਾਂ ਹੁੰਦਾ ਨਾ ਕਿ ਕਿਵੇਂ, ਹੈ ਨਾ, ਇੱਕ ਕੁੜੀ ਨੇ ਇਹਨੂੰ ਹੋਰ ਮਿਲ ਜਾਣੇ ਸੀਗੇ ਬਥੇਰੇ, ਇਸ ਤਰੀਕੇ ਨਾਲ ਦੇਖਦੇ ਆ ਜਾਂ ਟੌਂਟ ਕਰਦੇ ਨੇ? ਦੇਖੋ ਅਸੀਂ ਤਾਂ ਨਾ ਆਪਣੀ ਮਸਤੀ ਚਲੀ ਜਾਏਗਾ ਦੁਨੀਆ ਹੈ ਜੀ, ਕਿ ਨਹੀਂ, ਕੌਣ ਕਿਸ ਨੂੰ ਖੁਸ਼ ਹੋ ਕੇ ਖੁਸ਼ੀ ਦੇਖ ਕੇ ਰਾਜੀ ਹੈਗਾ, ਕਿ ਨਹੀਂ। ਬਸ ਲੋਕਾਂ ਦੀ ਆਪਣੀ ਸੋਚ ਹੈ, ਸਾਡੀ ਆਪਣੀ ਸੋਚ ਹੈ, ਅਸੀਂ ਖੁਸ਼ ਹਾਂ, ਸਾਨੂੰ ਕਿਸੇ ਤੋਂ ਕੀ ਲੈਣਾ ਦੇਣਾ ਜੀ। ਅੱਛਾ, ਕਿੰਨੀ ਉਮਰ ਹੁੰਦੀ ਜਦੋਂ ਤੁਹਾਨੂੰ ਪੋਲੀਓ ਹੁੰਦਾ? ਮੇਰੀ ਉਮਰ ਉਸ ਟਾਈਮ ਹੋਏਗੀ 1.5 ਸਾਲ। ਹਾਂ, ਫੀਵਰ ਹੋਇਆ ਸੀ ਤੇ ਡਾਕਟਰ ਵੱਲੋਂ ਇੱਕ ਇੰਜੈਕਸ਼ਨ ਗਲਤ ਲੱਗ ਗਿਆ ਸੀ ਤੇ ਦੋਨੋਂ ਲੈਗ ਨੂੰ ਪੋਲੀਓ ਹੋ ਗਿਆ ਸੀ। ਤੇ ਬੜਾ ਮੁਸ਼ਕਿਲ ਬਚਪਨ ਰਿਹਾ, ਬੜਾ ਮੁਸ਼ਕਿਲ ਸਟੱਡੀ ਟਾਈਮ ਰਿਹਾ। ਤੇ ਫਿਰ ਉਸ ਤੋਂ ਬਾਅਦ ਆਇਆ ਸੀਗਾ ਕਿ ਆਪਣੀ ਦੁਕਾਨ ਬੜੀ ਮੁਸ਼ਕਿਲ ਬਣਾਈ, ਕੰਮ ਬੜਾ ਮੁਸ਼ਕਿਲ ਸਿੱਖਿਆ, ਬਟ ਫਿਰ ਉਹ ਐਸਾ ਜ਼ਿੰਦਗੀ ਸੈੱਟ ਹੋ ਗਈ। ਹੁਣ ਐਸੀ ਕੰਡੀਸ਼ਨ ਆ ਗਈ, ਹੁਣ ਮੈਂ ਕਈ ਬੱਚਿਆਂ ਨੂੰ ਕੰਮ ਸਿਖਾ ਕੇ ਉਹਨਾਂ ਨੂੰ ਉਹਨਾਂ ਦੇ ਪੈਰਾਂ 'ਤੇ ਖੜਾ ਕਰਤਾ, वो अपना काम कर रहे हैं, तो बड़ा अच्छा लगता है कि हम अब लोगों को रोज़गार देने जोगे बन गए। ਅੱਛਾ, ਤੁਸੀਂ ਇਹ ਵੀ ਗੱਲ ਦੱਸਦੇ ਸੀਗੇ ਕਿ ਜਦੋਂ ਤੁਸੀਂ ਕੰਮ ਸਿੱਖਣਾ ਸੀ ਲੋਕ ਕੰਮ ਵੀ ਨਹੀਂ ਸਿਖਾਉਂਦੇ ਸੀਗੇ। ਹਾਂਜੀ, ਇਹ ਤਾਂ ਹੈ ਹੀ। ਉਹਨਾਂ ਨੂੰ ਲੱਗਦਾ ਸੀਗਾ ਇਹ ਸਾਡੇ ਕਿਸ ਕੰਮ ਆਏਗਾ, ਇਹ ਤੇ ਪਾਣੀ ਦਾ ਗਲਾਸ ਵੀ ਨਹੀਂ ਫੜਾ ਪਾਏਗਾ। ਇਸੇ ਕਰਕੇ ਕਿਉਂਕਿ ਲੱਤ 'ਚ ਪ੍ਰੋਬਲਮ ਆ। ਹਾਂ, ਇਸੇ ਕਰਕੇ। ਤੇ ਇਹਦੇ ਕੋਲ ਆਪਾਂ ਕੋਈ ਸਮਾਨ ਨਹੀਂ ਮੰਗਾ ਸਕਦੇ, ਇਹਦੇ ਕੋਲ ਸਫਾਈ ਨਹੀਂ ਕਰਾ ਪਾਵਾਂਗੇ ਦੁਕਾਨ ਤੇ, ਕੁਝ ਵੀ ਲਗਾ ਲਓ, ਕੋਈ ਵੀ ਕੰਮ ਤੇ ਹੈਲਪ ਨਹੀਂ ਕਰ ਪਾਵਾਂਗਾ। ਬਟ ਫਿਰ ਬੜੀ ਮੁਸ਼ਕਿਲ ਨਾਲ ਰਿਕੁਐਸਟ ਕਰਕੇ ਕਿਸੇ ਨੂੰ ਥੋੜ੍ਹਾ ਬਹੁਤਾ ਕੰਮ ਸਿੱਖਿਆ, ਬਾਕੀ ਫਿਰ ਆਹਿਸਤਾ ਕੰਮ ਆਪਣਾ ਬਣਾ ਲਿੱਤਾ ਕਿ। ਅੱਛਾ, ਫਿਰ ਇਲਾਜ ਵਗੈਰਾ ਕਰਵਾਇਆ ਸੀਗਾ ਲੱਤ ਦਾ? हाँ, काफ़ी साल बचपन सारा बीते इसी में।
ਮੰਮੀ ਪਾਪਾ ਬਹੁਤ ਉਹਨਾਂ ਨੇ ਧੱਕੇ ਖਾਦੇ ਇਲਾਜ ਵਾਸਤੇ, ਤੇ ਉਹੀ ਚੀਜ਼ਾਂ ਅੱਗੇ ਨੇ, ਬਸ ਸਟਰਗਲ ਹੀ ਰਿਹਾ ਲਾਈਫ ਵਿੱਚ ਬਚਪਨ ਵਿੱਚ ਤਾਂ। ਇਹ ਚੀਜ਼ ਮੰਨਦੇ ਹੋ ਕਿ ਜੇ ਤੁਹਾਨੂੰ ਇਹ ਪ੍ਰੋਬਲਮ ਨਾ ਹੁੰਦੀ ਤਾਂ ਤੁਹਾਨੂੰ ਇੰਨੇ ਚੰਗੇ ਵਾਈਫ ਨਹੀਂ ਸੀ ਮਿਲਨੇ? ਦੇਖੋ ਇਹ ਸੰਜੋਗ ਹੁੰਦੇ ਨੇ ਜੀ, ਕਹਿੰਦੇ ਜੀ ਸ਼ਾਇਦ ਅਗਰ ਮੈਂ ਠੀਕ ਹੁੰਦਾ ਐਡੀ ਅੱਛੀ ਵਾਈਫ ਨਾ ਮਿਲਦੀ। ਹਾਂ, ਪਰਮਾਤਮਾ ਇੱਕ ਕਮੀ ਦਿੰਦਾ, ਦੂਜੀ ਦੂਜੀ ਤਰਫ ਕੋਈ ਹੋਰ ਕੁਛ ਐਕਸਟਰਾ ਦੇ ਦਿੰਦਾ ਗਿਫਟ। ਮੇਰਾ ਮੰਨਣਾ ਹੀ ਹੋਇਆ, ਇਹ ਪਰਮਾਤਮਾ ਵੱਲੋਂ ਹੀ ਹੁੰਦਾ ਸਾਰਾ। ਤੁਹਾਨੂੰ ਕਦੇ ਇਸ ਗੱਲ ਦਾ ਦੁੱਖ ਹੋਇਆ, ਪ੍ਰਮਾਤਮਾ ਨਾਲ ਸ਼ਿਕਵਾ ਹੋਇਆ ਕਿ ਤੁਹਾਨੂੰ ਇਦਾਂ ਕਿਉਂ ਕੀਤਾ? ਤੁਸੀਂ ਵੀ ਨਾਰਮਲ ਲੋਕਾਂ ਵਾਂਗ ਹੁੰਦੇ ਤਾਂ ਜ਼ਿੰਦਗੀ 'ਚ ਸਟਰਗਲ ਘੱਟ ਹੁੰਦਾ, ਚਾਹੇ ਉਹ ਕੰਮ ਸਿੱਖਣ ਦੀ ਗੱਲ ਕਰ ਲਈਏ ਜਾਂ ਫਿਰ ਲੋਕਾਂ ਦੀਆਂ ਗੱਲਾਂ ਸੁਣਨ ਲੱਗ ਗਏ। ਬਸ ਇਹ ਤਾਂ ਪਰਮਾਤਮਾ ਦਾ ਹੀ ਮੈਂ ਸੋਚਣਾ ਕਿ ਇੰਝ ਵੀ ਕੋਈ ਨਾ ਕੋਈ ਅੱਛੀ ਗੱਲ ਹੀ ਹੋਏਗੀ। ਹੁਣ ਅਸੀਂ ਦੇਖੋ ਲੋਕੀ ਤੁਹਾਨੂੰ ਵੇਖਦੇ ਨੇ ਇੱਕ ਐਜ਼ ਏ ਮਿਸਾਲ ਬਣੇ ਹੋਏ ਆ पूरे कुरुक्षेत्र हर जो भी हमारे को जानता है हमें ब्लेसिंग ही देता है, मिसाल देता है। देखो वो कितने अच्छे हैं, किन्नी उन्हें तरक्की की, किन्ने खुश रहते हैं। एडे तो मेरे ख्याल दूजे परिवार के लोग खुश नहीं रहते। ਅੱਛਾ, ਮੈਨੂੰ ਇਹ ਗੱਲ ਦੱਸੋ ਵੀ ਜਦੋਂ ਲੋਕ ਇਹਨਾਂ ਨੂੰ ਇੰਨਾ ਕੁਛ ਕਹਿੰਦੇ, ਇਹਨਾਂ ਨੇ ਦੱਸਿਆ ਵਿਆਹ 'ਤੇ ਵੀ ਗੱਲਾਂ ਕਰਦੇ ਸੀਗੇ ਹੈ ਨਾ, ਵਿਆਹ 'ਤੇ ਵੀ ਮਦਰ ਨੂੰ ਵੀ ਕਹਿਣ ਲੱਗ ਗਏ ਸੀਗੇ, ਫਿਰ ਉਹ ਚੀਜ਼ਾਂ ਤੁਹਾਨੂੰ ਪਿੰਚ ਹੁੰਦੀਆਂ ਸੀਗੀਆਂ? देखो पिंच तो होंदियां ने, बट इन्होंने एक ही कहा कि आप बिल्कुल भी चिंता ना करो, मैं अपने आप सब नू हैंडल कर लाँगी। और मुझे आज तक कभी इसने फील ही नहीं होने दिया, आज तक करने मैंने कभी फील ही नहीं होने देता। बाकी हमारे घर से तो उसको पूरी सपोर्ट है। ਜਦੋਂ ਤੁਸੀਂ ਕਿਤੇ ਬਾਹਰ ਜਾਂਦੇ ਹੋ ਤੇ ਜਿੱਦਾਂ ਮੈਂ ਵੀਰ ਹੁਣਾਂ ਨੂੰ ਵੀ ਇਹ ਸਵਾਲ ਪੁੱਛਿਆ ਤੇ ਉਦੋਂ ਲੋਕ ਦੇਖਦੇ ਨੇ ਮੁੜ ਕੇ ਅਜੀਬ ਤਰੀਕੇ ਦੇ ਨਾਲ, ਕਿਉਂਕਿ ਸਾਡੇ ਲੋਕਾਂ ਦੀ ਇਹ ਹੈਬਿਟ ਹੈ ਨਾ, ਉਹ ਸਕੈਨ ਕਰਨਗੇ ਪੂਰਾ ਬੰਦੇ ਨੂੰ। ਹਾਲਾਂਕਿ ਜਿਹੜੇ ਬੰਦਾ ਨਿਭਾ ਰਿਹਾ ਉਹਨੂੰ ਤਕਲੀਫ ਨਹੀਂ ਹੁੰਦੀ, ਦੂਜਿਆਂ ਨੂੰ ਜ਼ਰੂਰ ਹੁੰਦੀ ਹੈ। ਹਾਂ, ਜੇ ਕਿਤੇ ਜਾਂਦੇ ਆ ਤੇ ਲੋਕੀ ਦੇਖਦੇ ਤੇ ਹੈ ਨੇ, ਮੈਨੂੰ ਦੇਖਣਗੇ, ਫਿਰ ਇਹਨਾਂ ਨੂੰ ਦੇਖਣਗੇ, ਫਿਰ ਹੌਲੀ ਹੌਲੀ ਇਹਨਾਂ ਦਾ ਮਤਲਬ ਸ਼ੂਜ਼ ਵੇਖਣਗੇ ਕਿ ਕਿਵੇਂ ਦੇ ਪਾਏ ਹੋਏ ਨੇ, ਤੇ ਫਿਰ ਦੇਖਣਗੇ ਤੇ ਅਸੀਂ ਤੇ ਨਿਕਲ ਜਾਂਦੇ ਹਾਂ, ਆਪਸ 'ਚ ਗੱਲਾਂ ਕਰਦੇ ਵੀ ਹੋਣਗੇ ਲੋਕੀ। ਪਹਿਲੇ ਜ਼ਿਆਦਾ ਸੀ, ਜਿਵੇਂ ਹੁਣ ਅਸੀਂ ਲੋਕਲ ਸ਼ੁਰੂ ਹੋਣ, ਮੈਨੂੰ ਲੱਗਦਾ ਆਲਮੋਸਟ ਜਿੱਥੇ ਜਿੱਥੇ ਜਾਂਦੇ ਹਾਂ ਸਾਰਿਆਂ ਨੂੰ ਪਤਾ ਲੱਗ ਗਿਆ। ਤੇ ਹੁਣ ਉਹਨਾਂ ਦੀ ਸੋਚ ਵੀ ਸਾਨੂੰ ਦੇਖ ਕੇ ਬਦਲ ਰਹੀ ਹੈ ਹੌਲੀ ਹੌਲੀ, ਕਿ ਜੇ ਉਹ ਐਵੇਂ ਕਰਕੇ ਇੰਨੀ ਵਰਸ ਸਰਕਮਸਟੈਂਸਿਸ ਆਪਣੀ ਜ਼ਿੰਦਗੀ ਸਹੀ ਢੰਗ ਨਾਲ ਖੁਸ਼ੀ ਜੀ ਸਕਦੇ ਨੇ, ਤੇ ਫਿਰ ਲੋਕੀ ਜੋ ਬਿਲਕੁਲ ਫਿਜ਼ੀਕਲੀ ਫਿੱਟ ਹੈ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਕਿਉਂ ਲੜਦੇ ਹੋ? ਕਿਉਂਕਿ ਕਈ ਹਸਬੈਂਡ ਵਾਈਫ ਐਵੇਂ ਦੇ ਹੁੰਦੇ ਨੇ, ਸਭ ਕੁਝ ਹੁੰਦਾ ਫਿਰ ਵੀ ਆਪਸ 'ਚ ਨਹੀਂ ਬਣ ਰਹੀ, ਫਿਰ ਉਹ ਕਹਿੰਦੇ ਨੇ ਦੇਖੋ ਉਹਨਾਂ ਨੂੰ ਦੇਖੋ, ਉਹ ਵੀ ਤੇ ਰਹਿ ਰਹੇ ਨੇ ਨਾ ਕਿੰਨੇ ਉਸ ਨਾਲ। ਹਾਲਾਂਕਿ ਜਦੋਂ ਸਾਡੇ ਬੱਚੇ ਹੋਏ ਦਿੱਕਤ ਹੋਈ, ਕਿਉਂਕਿ ਬੱਚੇ ਹੋਏ ਤੇ ਜੇ ਕੋਈ ਫਿਜ਼ੀਕਲੀ ਫਿੱਟ ਹੋਏ ਉਹਨੂੰ ਬੱਚੇ ਨੂੰ ਗੋਦੀ 'ਚ ਚੁੱਕ ਕੇ ਇੱਧਰ ਉੱਧਰ ਘੁੰਮ ਵੀ ਲਏਗਾ। ਮੇਰੇ ਨਾਲ ਜਿਵੇਂ ਐਵੇਂ ਨਹੀਂ ਸੀ, ਬੈਠੇ ਬੈਠੇ ਇਹਨਾਂ ਨੇ ਬੜੀ ਸਪੋਰਟ ਕੀਤੀ, ਜਿੰਨਾ ਕਰ ਸਕਦੇ ਸੀ ਬੈਠੇ ਬੈਠੇ ਬੱਚਿਆਂ ਨੂੰ ਲਿੱਤਾ। ਪਰ ਜੇ ਰਾਤੀ ਬੱਚਾ ਰੋ ਪਿਆ ਤੇ ਉਹਨੂੰ ਲੈ ਕੇ ਘੁੰਮਣਾ ਹੈ ਤੇ ਉਹ ਮੈਨੂੰ ਹੀ ਕਰਨਾ ਪੈਂਦਾ ਸੀ, ਉਹ ਚੀਜ਼ ਨਹੀਂ ਸੀ। ਲੇਕਿਨ ਫਿਰ ਵੀ ਅੱਜ ਤੱਕ ਵੀ ਜੇ ਬੱਚਿਆਂ ਨੂੰ ਨਵਾਉਣ ਦਾ ਕੰਮ ਹੈ ਤੇ ਵਾਸ਼ਰੂਮ 'ਚ ਇਹੀ ਕਰਦੇ ਨੇ, ਮਤਲਬ ਪੂਰੀ ਤਰ੍ਹਾਂ ਸਪੋਰਟ ਕਰਦੇ ਨੇ। ਬੱਚਿਆਂ ਨੂੰ ਨਵਾ ਦਿੱਤਾ, ਬਾਹਰ ਭੇਜ ਦਿੱਤਾ, ਬਾਹਰ ਮੈਂ ਉਹਨਾਂ ਨੂੰ ਤਿਆਰ ਕਰ ਦਿੱਤਾ। ਤੇ ਸਾਡੇ ਬੱਚੇ ਬੜੇ ਦੋਨੋਂ ਸਮਝਦਾਰ ਨੇ, ਇਸ ਚੀਜ਼ ਨੂੰ ਸਮਝਦੇ ਨੇ ਕਿ 1% ਇਹਦੀ ਅਗਰ ਪਾਪਾ ਨੂੰ ਕੋਈ ਪ੍ਰੋਬਲਮ ਹੈ ਤੇ ਉਹ ਵੀ ਉਸ ਚੀਜ਼ ਦਾ ਮਤਲਬ ਉਹਨਾਂ ਨੂੰ ਵੀ ਮੱਖ ਤਾਂ ਨਹੀਂ ਹੈਗਾ ਉਸ ਚੀਜ਼ ਦਾ, ਉਹ ਵੀ ਸਪੋਰਟ ਕਰਦੇ ਨੇ ਆਪਣੇ ਫਾਦਰ ਨੂੰ। ਜਿਵੇਂ ਗੁੜੀਆ ਹੈ ਸਟਿਕ ਵੀ ਫੜਾਏਗੀ ਕਿ ਪਾਪਾ ਆਪ ਆਰਾਮ ਨਾਲ ਚਲੋ, ਕਿਤੇ ਪਾਣੀ ਗਿਰਿਆ ਪਿਆ ਹੋਏਗਾ ਫਿਰ ਬੱਚੇ ਉਹਨੂੰ ਵੇਖਦੇ ਨੇ ਕਿ ਉਹਨਾਂ ਨੂੰ ਇਹੀ ਕਹੀਦਾ ਬੇਟੇ ਪਾਪਾ ਆਣਗੇ, ਕਿਤੇ ਪੈਰ ਨਾ ਫਿਸਲ ਜੇ, ਤੇ ਉਸ ਚੀਜ਼ ਦਾ ਬੱਚੇ ਵੀ ਬੜਾ ਧਿਆਨ ਰੱਖਦੇ ਨੇ। ਹਾਂਜੀ। ਅੱਛਾ, ਇੱਕ ਇਹ ਵੀ ਹੁੰਦਾ ਵੀ ਲੋਕ ਇਹ ਵੀ ਕਹਿੰਦੇ ਹੁੰਦੇ ਕਿ ਜੇ ਪੋਲੀਓ ਵਾਲਾ ਕੋਈ ਪਰਸਨ ਆ ਤਾਂ ਉਹਦੇ ਬੱਚੇ ਵੀ ਨਹੀਂ ਨੋਰਮਲ ਹੋਣਗੇ, ਤੁਹਾਨੂੰ ਇੰਨੀਆਂ ਗੱਲਾਂ ਕਹੀਆਂ ਕਿਸੇ ਨੇ? ਦੇਖੋ ਜੀ, ਐਵੇਂ ਕਹਿਣ ਵਾਲੇ ਬੰਦੇ ਕਹਿ ਵੀ ਦਿੰਦੇ ਸੀ, ਪਰ ਐਜੂਕੇਸ਼ਨ ਨਾਮ ਦੀ ਵੀ ਜਿਵੇਂ ਕੋਈ ਚੀਜ਼ ਹੁੰਦੀ ਹੈ ਤੇ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਇਹ ਚੀਜ਼ ਅੱਗੇ ਐਜ਼ ਅ ਹੈਰੀਡਿਟੀ ਕਿਸੇ 'ਤੇ ਇਫੈਕਟ ਨਹੀਂ ਪਾ ਸਕਦੀ ਹੈ। ਤੇ ਇਹ ਕੋਈ ਐਵੇਂ ਦੀ ਬਿਮਾਰੀ ਨਹੀਂ ਹੈ ਕਿ ਮਤਲਬ ਹੈਰੀਡਿਟਰੀ 'ਚ ਅਗਲੀ ਪੀੜ੍ਹੀ 'ਚੋਂ ਆਏਗੀ, ਐਵੇਂ ਦਾ ਨਹੀਂ ਸੀ। ਐਵੇਂ ਦੇ ਕੇਸਿਸ ਵੀ ਮੈਂ ਦੇਖੇ ਹੋਏ ਸੀ, ਅਤੇ ਤਾਂ ਕਰਕੇ ਮਤਲਬ ਕਿਸੇ ਦੇ ਕਹਿਣ ਦਾ ਸਾਡੇ 'ਤੇ ਕੋਈ ਉਹ ਹੋਇਆ ਨਹੀਂ, ਇੰਨਾ ਪ੍ਰਭਾਵ ਪਿਆ ਨਹੀਂ। ਸਾਰਾ ਕੁਛ ਕੀਤਾ ਤੁਸੀਂ ਹੈ ਨਾ, ਵਿਆਹ ਤੋਂ ਬਾਅਦ ਹਰੇਕ ਚੀਜ਼ ਬਣਾਈ ਆ। ਪਹਿਲਾਂ ਲੋਕ ਕਹਿੰਦੇ ਸੀਗੇ ਵਿਆਹ ਨਾ ਕਰਾ, ਤੂੰ ਕਿਤੇ ਹੋਰ ਤੈਨੂੰ ਬਥੇਰੇ ਮਿਲ ਜਾਣਗੇ, ਬਾਅਦ 'ਚ ਤੁਹਾਡੀਆਂ ਮਿਸਾਲਾਂ ਦਿੰਦੇ ਸੀਗੇ ਹੈ ਨਾ। ਫਿਰ ਉਹ ਚੀਜ਼ ਵਧੀਆ ਲੱਗਦੀ ਕਿ ਜਿਹੜਾ ਡਿਸੀਜਨ ਤੁਸੀਂ ਲਿਆ ਉਹ ਸਹੀ ਆ? ਬਿਲਕੁਲ ਜੀ। ਜਦੋਂ ਅਸੀਂ ਵਿਆਹ ਕੀਤਾ ਤੇ ਅਸੀਂ ਆਫਟਰ ਮੈਰਿਜ ਇਹੀ ਗੱਲ ਡਿਸਕਸ ਕੀਤੀ ਕਿ ਅਸੀਂ ਹੁਣ ਵਿਆਹ ਕਰ ਲਿੱਤਾ ਹੈ, ਪਰ ਅਸੀਂ ਆਪਣੇ ਵਿਆਹ ਦਾ ਮਖੌਲ ਨਹੀਂ ਬਣਾਉਣਾ। ਆਪਾਂ ਜ਼ਿੰਦਗੀ
ਜੀਣੀ ਏ, ਨਿਭਾਉਣੀ ਨਹੀਂ ਹੈਗੀ, ਕੱਟਣੀ ਨਹੀਂ ਹੈਗੀ ਜ਼ਬਰਦਸਤੀ, ਆਪਾਂ ਜ਼ਿੰਦਗੀ ਜੀਣੀ ਏ ਤੇ ਲੋਕਾਂ ਵਾਸਤੇ ਇੱਕ ਐਗਜ਼ਾਮਪਲ ਸੈੱਟ ਕਰਨਾ ਹੈ। ਤੇ ਜਿਵੇਂ ਲੋਕੀ ਅੱਜ ਇਹ ਕਹਿੰਦੇ ਨੇ ਕਿ ਵਿਆਹ ਤੇ ਹੋ ਗਿਆ, ਵੇਖਾਂਗੇ ਕਿੰਨਾ ਟਾਈਮ ਚੱਲੇਗਾ, ਕਿੰਨਾ ਕੁ ਟਾਈਮ ਕੱਟਣਗੇ, ਆਪਾਂ ਨੇ ਉਹਨਾਂ ਨੂੰ ਇੱਕ ਤਰ੍ਹਾਂ ਤੋਂ ਜਿਵੇਂ ਕਹਿੰਦੇ ਨੇ ਨਾ ਪਰਮਾਤਮਾ ਦੀ ਲਾਠੀ ਦੀ ਆਵਾਜ਼ ਨਹੀਂ ਆਉਂਦੀ, ਤੇ ਉਹ ਆਪਣਾ ਸਾਇਲੈਂਟ ਇੱਕ ਸਲੈਪ ਹੋਏਗਾ ਉਹਨਾਂ ਵਾਸਤੇ ਕਿ ਆਪਾਂ ਨੇ ਜ਼ਿੰਦਗੀ ਉਹਨਾਂ ਨੂੰ ਜੀ ਕੇ ਦਿਖਾਣੀ ਆ। ਹੁਣ ਸਾਡੀ ਮੈਰਿਜ ਨੂੰ 12 ਸਾਲ ਹੋ ਗਏ ਨੇ, ਗੌਰਮੈਂਟ ਜੋਬ ਲੱਗ ਗਈ ਹੈ, ਹੁਣ ਵੀ ਰਿਸ਼ਤੇਦਾਰੀ 'ਚ ਮਤਲਬ ਕਈ ਲੋਕ ਕਹਿੰਦੇ ਨੇ ਦੇਖੋ ਮਤਲਬ ਹਿੰਦੂ ਸੀ ਜੋ ਅੱਗੇ ਨਿਕਲ ਗਈ, ਤੁਹਾਡੇ ਤੋਂ ਸਾਰਿਆਂ ਤੋਂ ਅੱਗੇ ਨਿਕਲ ਗਈ ਕਿਉਂਕਿ ਕਈਆਂ ਨੂੰ ਇੰਨੀ ਸਪੋਰਟ ਮਿਲੀ, ਫਿਰ ਵੀ ਉਹਨਾਂ ਕੋਲ ਗੌਰਮੈਂਟ ਜੋਬ ਨਹੀਂ ਹੈਗੀ। ਪਰਮਾਤਮਾ ਨੇ ਸਾਡੀ ਸੁਣੀ, ਆਪਸ 'ਚ ਸਾਡੀ ਸਾਰੀ ਸਭ ਤੋਂ ਅੱਛੀ ਗੱਲ ਸਾਡੀ ਆਪਸ 'ਚ ਅੰਡਰਸਟੈਂਡਿੰਗ ਹੈਗੀ ਹੈ। ਤੇ ਹੁਣ ਉਹਨਾਂ ਨੂੰ ਉਹ ਸਾਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਦੀਦੀ ਤੁਸੀਂ ਕਿਵੇਂ ਐਵੇਂ ਘੁੰਮਣ ਵੀ ਚਲੇ ਜਾਂਦੇ ਹੋ, ਮਤਲਬ ਜਿਵੇਂ ਮੇਰੇ ਹਸਬੈਂਡ ਨੂੰ ਸ਼ੌਂਕ ਹੈ ਇੱਧਰ ਉੱਧਰ ਘੁੰਮਣ ਦਾ, ਅਸੀਂ ਜਾਂਦੇ ਹਾਂ ਸੋਸ਼ਲ ਮੀਡੀਆ ਤੇ ਫਿਰ ਲੋਕੀ ਕਹਿੰਦੇ ਨੇ ਮਤਲਬ ਸਾਡੇ ਨਾਲ ਚੰਗੇ ਤੇ ਤੁਸੀਂ ਹੋ, ਘੁੰਮ ਤੇ ਆਉਂਦੇ ਹੋ ਨਾ। ਹਾਂਜੀ, ਤੁਸੀਂ ਲੱਕੀ ਫੀਲ ਕਰਦੇ ਹੋ ਕਿ ਤੁਹਾਡੀ ਜ਼ਿੰਦਗੀ 'ਚ ਨੇ? ਹਾਂ, ਮੈਂ ਬਹੁਤ ਲੱਕੀ ਫੀਲ ਕਰਦਾ ਜੀ। ਤੇ ਤੁਹਾਨੂੰ ਬੱਚੇ ਵੀ ਜਿਹੜਾ ਹੈਗਾ ਪੂਰੀ ਸਪੋਰਟ ਕਰਦੇ ਆ ਫਾਦਰ ਸਾਹਿਬ ਦੀ, ਹੈ ਨਾ? ਤੇ ਕਦੀ ਇੱਦਾਂ ਨਹੀਂ ਲੱਗਾ ਕਿ ਕੋਈ ਦਿੱਕਤ ਆ ਸਕਦੀ ਹੈ ਜਾਂ ਇਨ ਫਿਊਚਰ ਦੇ ਵਿੱਚ ਤੁਹਾਡੇ ਕੋਈ ਪਲਾਨਸ ਨੇ, ਸੁਪਨੇ ਹੈਗੇ ਇਹਨਾਂ ਨੂੰ ਲੈ ਕੇ? ਨਹੀਂ, ਐਸਾ ਕੁਛ ਨਹੀਂ ਹੈ ਮੈਨੂੰ, ਮਤਲਬ ਆਪਣੇ ਪਰਮਾਤਮਾ ਤੇ ਪੂਰਾ ਭਰੋਸਾ ਹੈ। ਜੇ ਮੈਂ ਸੱਚੀ ਨੀਅਤ ਨਾਲ ਕੋਈ ਕੰਮ ਕੀਤਾ ਤੇ ਮੈਨੂੰ ਕੋਈ ਕਮੀ ਆਉਣ ਨਹੀਂ ਦੇਗਾ। ਸਾਰੇ ਸੁਪਨੇ ਆ ਮੇਰੇ ਪੂਰੇ ਕਰ ਵੀ ਰਹੇ ਨੇ, ਰੱਬ ਦੀ ਕਿਰਪਾ ਨਾਲ ਹੋ ਵੀ ਰਹੇ ਨੇ। ਬਸ ਹੁਣ ਤੇ ਬੱਚੇ ਜੇ ਆਪਣੀ ਜ਼ਿੰਦਗੀ 'ਚ ਕਾਮਯਾਬ ਹੋ ਜਾਣ ਤੇ ਉਹੀ ਪਰਮਾਤਮਾ ਤੋਂ ਦੁਆ ਕਰਦੇ ਆ। ਅੱਛਾ, ਬਹੁਤ ਵੱਡੀ ਐਗਜ਼ਾਮਪਲ ਤੁਸੀਂ ਹੋ, ਲੋਕ ਇੱਥੇ ਮਿਸਾਲਾਂ ਦਿੰਦੇ ਨੇ, ਹੈ ਨਾ? ਤੇ ਤੁਹਾਡੇ ਵਰਗੇ ਹੋਰ ਵੀ ਬਹੁਤ ਸਾਰੇ ਕਪਲ ਹੋਣਗੇ, ਹੈ ਨਾ, ਜਿਹੜੇ ਸਰਵਾਈਵ ਕਰ ਰਹੇ ਹੋਣਗੇ ਜਾਂ ਸਰਵਾਈਵ ਕਰ ਚੁੱਕੇ ਹੋ। ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਮੈਸੇਜ ਇਹੀ ਦੇਣਾ ਚਾਹੁੰਦੇ ਹਾਂ ਕਿ ਲੋਕਾਂ ਦੀ ਗੱਲਾਂ ਤੋਂ ਘਬਰਾ ਕੇ ਅਸੀਂ ਜੋ ਡਿਸੀਜ਼ਨ ਲੈ ਲਿਆ ਉਹਦੇ ਤੋਂ ਕਦੀ ਪਿੱਛੇ ਨਹੀਂ ਮੁੜਨਾ ਚਾਹੀਦਾ। ਤੇ ਉਹੀ ਗੱਲ ਹੈ, ਕਿਸੇ ਦਾ ਕਹਿਣਾ ਹੈ ਤੇ ਸਰੀਰ ਦੀ ਖਰਾਬੀ ਤੇ ਕੋਈ ਖਰਾਬੀ ਨਹੀਂ ਹੈਗੀ, ਲੋਕਾਂ ਦੇ ਦਿਮਾਗ ਖਰਾਬ ਹੁੰਦੇ ਨੇ। ਦਿਮਾਗ 'ਚ ਖਰਾਬੀ ਨਹੀਂ ਹੋਣੀ ਚਾਹੀਏ, ਦਿਮਾਗ ਤੋਂ ਬੰਦਾ ਠੀਕ ਹੋਣਾ ਚਾਹੀਦਾ, ਉਹਦੀ ਸੋਚ ਠੀਕ ਹੋਣੀ ਚਾਹੀਦੀ ਹੈ। ਤੇ ਸਾਨੂੰ ਬਾਕੀ ਦੁਨੀਆ ਦੀ ਕੋਈ ਚੀਜ਼ ਐਵੇਂ ਨਹੀਂ ਹੈਗੀ ਜੋ ਅੱਗੇ ਵਧਣ ਤੋਂ ਰੋਕ ਸਕੇ। ਅੱਛਾ, ਇੱਕ ਸਵਾਲ ਮੈਂ ਪੁੱਛੂੰਗੀ, ਦੇਖਣ ਨੂੰ ਬੜੇ ਸਟਰੋਂਗ ਲੱਗਦੇ ਹੋ, ਹੈ ਨਾ? ਬਹੁਤ ਗੱਲਾਂ ਤੁਸੀਂ ਬਹੁਤ ਕੁਝ ਸਹਿਆ, ਬਹੁਤ ਕੁਝ ਸੁਣਿਆ, ਹੈ ਨਾ? ਵੀ ਜਿਹੜਾ ਲਾਈਫ ਪਾਰਟਨਰ ਆ ਉਹਦੇ ਬਾਰੇ ਤਾਂ ਅਸੀਂ ਇੱਕ ਵੀ ਗੱਲ ਨਹੀਂ ਸੁਣ ਸਕਦੇ, ਹੈ ਨਾ? ਬਰਦਾਸ਼ਤ ਨਹੀਂ ਹੁੰਦੀ। ਫਿਰ ਤੁਹਾਨੂੰ ਕਦੀ ਦੁੱਖ ਹੋਇਆ, ਕਿਸੇ ਨੇ ਕਿਹਾ ਹੋਵੇ, ਕਿਸੇ ਦੇ ਟੌਂਟ ਦਾ ਕੋਈ ਅਸਰ ਹੋਇਆ ਕਦੀ? ਨਹੀਂ, ਦੁੱਖ ਜਿਵੇਂ ਕਈ ਵਾਰ ਇੱਕ ਵਾਰੀ ਬਸ ਸਕੂਲ 'ਚ ਕਿਸੇ ਨੇ ਪੁੱਛਿਆ ਮੈਡਮ ਆਪਕੀ ਸ਼ਾਦੀ ਐਸੇ ਕੈਸੇ ਹੋ ਗਈ। ਤੇ ਫਿਰ ਉਹਨਾਂ ਨੂੰ ਮੈਂ ਕਿਹਾ ਪਹਿਲੀ ਗੱਲ ਤੇ ਤੁਹਾਨੂੰ ਕੋਈ ਰਾਈਟ ਨਹੀਂ ਹੈਗਾ ਪੁੱਛਣ ਦਾ। ਮੇਰੀ ਲਾਈਫ ਸੀ, ਮੇਰੀ ਮੈਰਿਜ ਜਿਵੇਂ ਹੋਈ ਹੈ, ਮੈਂ ਆਪਣੀ ਲਾਈਫ, ਆਪਣੀ ਮੈਰਿਡ ਲਾਈਫ ਤੋਂ ਫੁੱਲੀ ਸੈਟਿਸਫਾਈ ਹਾਂ। ਤੇ ਤੁਸੀਂ ਦੁਬਾਰਾ ਕਦੀ ਐਵੇਂ ਦੀ ਗੱਲ ਮੇਰੇ ਕੋਲ ਕਰਨ ਦੀ ਕੋਸ਼ਿਸ਼ ਹੀ ਨਾ ਕਰਨਾ। ਟੌਂਟਿੰਗ ਵਿੱਚ ਪੁੱਛਿਆ? ਟੌਂਟਿੰਗ ਵਿੱਚ ਹੀ ਪੁੱਛਦੇ ਨੇ, ਜਿਵੇਂ ਕਿਸੇ ਓਫੀਸ਼ੀਅਲ ਕੋਈ ਮੈਰਿਜ ਫੰਕਸ਼ਨ ਹੋਇਆ ਉੱਥੇ ਚਲੇ ਗਏ, ਆਪਾਂ ਚਲੇ ਗਏ। ਫਿਰ ਪਹਿਲੀ ਗੱਲ ਤਾਂ ਮੈਂ ਪੁੱਛਣ ਦਾ ਕਿਸੇ ਨੂੰ ਮੌਕਾ ਨਹੀਂ ਦਿੰਦੀ ਕਿਉਂਕਿ ਮੈਨੂੰ ਕੋਈ ਕਿਸੇ ਤੋਂ ਡਰ ਨਹੀਂ ਹੈਗਾ। ਜੇ ਆਪਾਂ ਹੈਗੇ ਹਾਂ, ਮੈਂ ਪਹਿਲੇ ਹੀ ਉਹ ਚੀਜ਼ ਠੀਕ ਹੈ, ਮੇਰੇ ਹਸਬੈਂਡ ਹੈ ਪੋਲੀਓ ਅਫੈਕਟਡ ਹੈ, ਮੈਨੂੰ ਕੋਈ ਦਿੱਕਤ ਨਹੀਂ ਹੈਗੀ। ਇਹ ਨਾ ਹੋਵੇ ਕਿ ਇਹ ਮੇਰੇ ਨਾਲ ਹੋਣ, ਕੋਈ ਇਹਨਾਂ ਨੂੰ ਦੇਖੇ ਤੇ ਇਹਨਾਂ ਨੂੰ ਫੀਲ ਹੋਏ। ਉਸ ਚੀਜ਼ ਨੂੰ ਮੈਂ ਪਹਿਲੇ ਹੀ ਬੈਲੈਂਸ ਕਰਕੇ ਚੱਲਦੀ ਹਾਂ ਕਿ ਅੱਗੇ ਤੱਕ ਕੋਈ ਗੱਲ ਆਵੇ ਹੀ ਨਾ। ਤੇ ਉਹ ਵੀ ਕੋਈ ਦਿੱਕਤ ਨਹੀਂ ਹੈਗੀ। ਜਦੋਂ ਮੇਰੀ ਮੈਰਿਜ ਹੋਈ ਮੈਂ ਪ੍ਰਾਈਵੇਟ ਸਕੂਲ 'ਚ ਹੈਗੀ ਸੀ, ਤਾਂ ਵੀ ਇੱਕ ਮੇਰੇ ਸਾਡੇ ਪ੍ਰਿੰਸੀਪਲ ਮੈਡਮ ਸੀ, ਉਹਨਾਂ ਨੇ ਕਿਹਾ, ਮੈਂ ਉਹਨਾਂ ਨੂੰ ਕਿਹਾ, मैंने कहा मैडम ऐसे ऐसे मैरिज है। ਕਹਿੰਦੇ आप ऐसा क्यों कर रहे हो, ऐसी जगह शादी। फिर मैं ਉਹਨਾਂ ਨੂੰ ਦੱਸੀ, ਦੇਖੋ ਉਹ ਵੀ ਐਜੂਕੇਟਿਡ ਥੀ, ਉਹਨਾਂ ਨੇ ਵੀ ਕਿਹਾ ਬਈ ਆਪਕੀ ਜੋ ਸੋਚ ਹੈ, ਤੁਹਾਡੀ ਸੋਚ ਬਹੁਤ ਗ੍ਰੇਟ ਹੈ ਤੇ ਤੁਹਾਨੂੰ ਮਤਲਬ ਪਰਮਾਤਮਾ ਇਸ ਚੀਜ਼ ਦਾ ਫਲ ਜ਼ਰੂਰ ਦੇਗਾ। ਬਹੁਤ ਵਧੀਆ ਲੱਗਾ, ਬਹੁਤ ਸੋਹਣੀ ਸੋਚ ਆ ਤੁਹਾਡੀ। ਬਹੁਤ ਬਹੁਤ ਸ਼ੁਕਰੀਆ ਗੱਲ ਕੀਤੀ, ਟਾਈਮ ਦਿੱਤਾ ਸਾਨੂੰ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਸਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਆਪਕਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਸੋ ਜੀ, ਇਹ ਸੀ ਸਾਡੇ ਨਾਲ ਕਪਲ। ਇਹਨਾਂ ਨੂੰ ਦੇਖ ਕੇ ਹੋਰ ਵੀ ਬਹੁਤ ਸਾਰੇ ਲੋਕ ਇੰਸਪਾਇਰ ਹੋਏ ਹੋਣਗੇ। ਇਹਨਾਂ ਨੇ ਬਹੁਤ ਸੋਹਣਾ ਮੈਸੇਜ ਦਿੱਤਾ ਕਿ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਆਪਣੀ ਚਾਲ ਜਿਹੜੀ ਆ ਉਹ ਚੱਲਦੇ ਰਹਿਣਾ ਚਾਹੀਦਾ ਆ। ਤੇ ਇੱਧਰੋਂ ਸਾਡੇ ਜਨਮ ਦਿੰਦੇ ਹੋ ਇਜਾਜ਼ਤ। ਸਤਿ ਸ਼੍ਰੀ ਅਕਾਲ।